ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਲਿਆਣ ਮਹੱਲਾ ਚੌਥਾ। ਸੰਤੋ ਸੁਨਹੁ ਸੁਨਹੁ ਜਨ ਭਾਈ, ਗੁਰ ਕਾਢੀ ਬਾਹਾ ਕੋ ਕੀਜੈ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਬੜੇ ਪ੍ਰੇਮ ਦੇ ਨਾਲ ਹਰ ਰੋਜ਼ ਸ਼ਰਵਣ ਕਰਦੇ ਆ ਰਹੇ ਹੋ। ਕਲਿਆਣ ਰਾਗ ਅੰਦਰ ਕਲਿਆਣ ਰਾਗ ਦੀ ਸਮਾਪਤੀ ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਉਪਦੇਸ਼ ਕਿਰਪਾ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੱਤਾ ਹੈ, ਜਿਸ ਦੀਆਂ 4 ਪੌੜੀਆਂ ਦੀ ਕਥਾ ਹੋ ਚੁੱਕੀ ਹੈ। 4 ਬੰਦ ਆਪ ਜੀ ਨੇ ਕੱਲ੍ਹ ਸ਼ਰਵਣ ਕੀਤੇ ਸੀ। 4 ਬੰਦ ਇਸ ਸ਼ਬਦ ਦੇ ਹੋਰ ਨੇ। ਆਓ ਇਸ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਹੋਏ ਬੜੇ ਪ੍ਰੇਮ ਦੇ ਨਾਲ ਫਰਮਾਉਂਦੇ ਹਨ। ਵਾਹਿਗੁਰੂ ਜੀ। ਸੰਤੋ ਸੁਨਹੁ ਸੁਨਹੁ ਜਨ ਭਾਈ, ਗੁਰ ਕਾਢੀ ਬਾਹਾ ਕੋ ਕੀਜੈ। ਹੇ ਗੁਰੂ ਕੇ ਸਿੱਖੋ, ਹੇ ਸੰਤ ਜਨੋ, ਹੇ ਭਾਈਓ, ਇਹ ਸਿੱਖਿਆ ਜਿਹੜੀ ਹੈ ਸਤਿਗੁਰਾਂ ਦੀ, ਇਹਨੂੰ ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਦੇ ਨਾਲ ਸੁਣਨਾ ਕਰੋ। ਇਸ ਨੂੰ ਪ੍ਰੇਮ ਦੇ ਨਾਲ ਸ਼ਰਵਣ ਕਰੋ। ਗੁਰੂ ਸਾਹਿਬ ਸਾਡੇ ਉਧਾਰ ਵਾਸਤੇ, ਪਰਉਪਕਾਰ ਵਾਸਤੇ ਆਪਣੀ ਬਾਂਹ ਕੱਢ ਕੇ ਗੁਰਬਾਣੀ ਰਾਹੀਂ ਜਾਂ ਗੁਰਬਾਣੀ ਰੂਪ ਬਾਂਹ ਕੱਢ ਕੇ ਉੱਚੀ ਬੁਲੰਦ ਆਵਾਜ਼ ਦੇ ਵਿੱਚ ਇਹ ਉਪਦੇਸ਼ ਦੇ ਰਹੇ ਨੇ। ਕੀ ਉਪਦੇਸ਼ ਦੇ ਰਹੇ ਨੇ? ਤਾਂ ਮਹਾਰਾਜ ਜੀ ਫਰਮਾਉਂਦੇ ਹਨ, ਜੇ ਆਤਮ ਕੋ ਸੁਖ ਸੁਖ ਨਿਤ ਲੋੜਹੁ,
ਤਾਂ ਸਤਿਗੁਰ ਸਰਨ ਪਵੀਜੈ। ਜੇ ਆਪਣੀ ਆਤਮਾ ਰੂਹ ਵਾਸਤੇ, ਜੀਵ ਆਤਮਾ ਵਾਸਤੇ ਵਾਹਿਗੁਰੂ ਪਰਮੇਸ਼ਰ ਸੁਖ ਸਰੂਪ ਦਾ ਸੁਖ ਚਾਹੁੰਦੇ ਹੋ ਤਾਂ ਫਿਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪਏ ਰਹੋ। ਆਤਮ ਸੁਖ, ਪਰਮਾਤਮਾ ਦਾ ਜਿਹੜਾ ਸੁਖ ਹੈ, ਇਹਦਾ ਤੇ ਦੁਨਿਆਵੀ ਸੁੱਖ ਦਾ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਦੁਨੀਆ ਦੇ ਵਿੱਚ ਦਵੰਦ ਚੱਲਦਾ ਹੈ, ਜੇ ਰਾਤ ਹੈ ਤੇ ਦਿਨ ਹੈ, ਖੁਸ਼ੀ ਹੈ ਤੇ ਗਮੀ ਹੈ, ਜਨਮ ਹੈ ਤੇ ਮਰਨ ਹੈ। ਇਸੇ ਤਰ੍ਹਾਂ ਸੁੱਖ ਹੈ ਤੇ ਨਾਲ ਹੀ ਦੁੱਖ ਹੈ। ਪਰ ਗੁਰਬਾਣੀ ਦੇ ਵਿੱਚ ਇੱਕ ਇਹੋ ਜਿਹੇ ਸੁੱਖ ਦੀ ਗੱਲ ਕੀਤੀ ਹੈ ਜਿਹਨੂੰ ਨਾਮ ਦਿੱਤਾ ਆਨੰਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਸੁੱਖ ਤੇ ਦੁੱਖ ਦੋਵਾਂ ਹੀ ਬਿਰਤੀਆਂ ਤੋਂ ਉੱਪਰ ਜਿਹੜੀ ਚੀਜ਼ ਹੁੰਦੀ ਉਹਨੂੰ ਆਨੰਦ ਕਿਹਾ ਜਾਂਦਾ ਹੈ। ਆਤਮਾ ਜਿਹੜੀ ਸਾਡੀ ਰੂਹ ਹੈ, ਇਹ ਸਰੀਰ ਤੇ ਮਨ ਦੇ ਸੰਬੰਧ ਕਰਕੇ ਸੁੱਖ ਤੇ ਦੁੱਖ ਨੂੰ ਭੋਗਦੀ ਹੈ। ਜਦੋਂ ਇਹ ਪਤਾ ਲੱਗ ਜਾਂਦਾ ਹੈ ਕਿ ਸਰੀਰ ਤੇ ਮਨ ਨਾਲੋਂ ਆਤਮਾ ਪਾਸੇ ਹੈ, ਤਾਂ ਫਿਰ ਸੁੱਖ ਦੁੱਖ ਦਾ ਅਸਰ ਹੋਣੋਂ ਹਟ ਜਾਂਦਾ ਹੈ। ਫਿਰ ਉਹ ਆਨੰਦ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ। ਜਿਵੇਂ ਪਰਮਾਤਮਾ ਤੇ ਹਰੇਕ ਦੇ ਸਰੀਰ ਦੇ ਵਿੱਚ ਬੈਠਾ ਹੈ, ਪਰ ਫਿਰ ਵੀ ਸੰਸਾਰ ਦੁਖੀ ਕਿਉਂ ਹੈ, ਮਨੁੱਖ ਟੈਨਸ਼ਨ ਦੇ ਵਿੱਚ ਕਿਉਂ ਰਹਿੰਦਾ ਹੈ? ਤਾਂ ਆਤਮਾ ਦਾ ਜਾਂ ਪਰਮਾਤਮਾ ਦਾ ਜਿਹੜਾ ਸੁੱਖ ਰੂਪ ਗੁਣ ਹੈ, ਉਹ ਅਸੀਂ ਬਾਹਰ ਸੰਸਾਰ ਦੇ ਵਿੱਚੋਂ ਲੱਭਦੇ ਹਾਂ, ਅੰਦਰ ਸਰੀਰ ਦੇ ਵਿੱਚੋਂ ਉਹਦੀ ਭਾਲ ਨਹੀਂ ਕਰਦੇ। ਇਸ ਕਰਕੇ ਸਾਰੀ ਉਮਰ ਲੰਘ ਜਾਂਦੀ ਸਰੀਰ ਨੂੰ ਸੁੱਖ ਦਿੰਦਿਆਂ, ਸੁੱਖ ਲੱਭਦਾ ਹੀ ਕਿਤੇ ਨਹੀਂ। ਸਾਰੀ ਉਮਰ ਬਤੀਤ ਹੋ ਜਾਂਦੀ ਹੈ ਸਰੀਰ ਨੂੰ ਸੁਖੀ ਕਰਦਿਆਂ, ਪਰ ਅਜੇ ਤੱਕ ਸਰੀਰ ਨੂੰ ਸੁੱਖ ਮਿਲਿਆ ਨਹੀਂ ਕਿਤੋਂ। ਧਾਰਮਿਕ ਗ੍ਰੰਥਾਂ ਦੇ ਵਿੱਚ ਬੜੇ ਸੋਹਣੇ ਵਿਚਾਰ ਆਉਂਦੇ ਨੇ ਕਿ ਸਰੀਰ ਜਿਹੜਾ ਹੈ ਇਹ ਪਰਮਾਤਮਾ ਦਾ ਮੰਦਰ ਹੈ। ਪਰਮਾਤਮਾ ਇਸ ਸਰੀਰ ਦੇ ਵਿੱਚ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਵੀ ਫਿਰ ਬੰਦਗੀ ਕਰਨ ਦੀ ਕੀ ਲੋੜ ਹੈ, ਸਿਮਰਨ ਕਰਨ ਦੀ ਕੀ ਲੋੜ ਹੈ, ਸੇਵਾ ਕਰਨ ਦੀ ਕੀ ਲੋੜ ਹੈ? ਤਾਂ ਜਿਵੇਂ ਕੱਪੜੇ ਦੇ ਵਿੱਚ ਜਿਹੜਾ ਚਿੱਟੇ ਰੰਗ ਦਾ ਕੱਪੜਾ ਹੈ, ਤਾਂ ਚਟਿਆਈ ਜਿਹੜੀ ਹੈ ਉਹਦੇ ਵਿੱਚ ਪਹਿਲਾਂ ਹੀ ਬੈਠੀ ਹੈ। ਸਿਰਫ ਅਸੀਂ ਬਾਹਰੋਂ ਸਾਬਣ ਲਾ ਕੇ, ਮਸਾਲੇ ਪਾ ਕੇ, ਕੈਮੀਕਲ ਲਾ ਕੇ ਉਹਦੀ ਮੈਲ ਕੱਢਦੇ ਹਾਂ, ਚਿੱਟਾ ਉਹ ਪਹਿਲਾਂ ਹੀ ਹੈ। ਇਸੇ ਤਰ੍ਹਾਂ ਨਾਮ, ਸੇਵਾ, ਸਿਮਰਨ ਇਹ ਸਾਡੇ ਹਿਰਦੇ ਦੀ ਮੈਲ ਨੂੰ ਦੂਰ ਕਰਦੇ ਨੇ। ਪਰਮਾਤਮਾ ਪਹਿਲਾਂ ਹੀ ਸਰੀਰ ਦੇ ਵਿੱਚ ਬੈਠਾ ਹੈ, ਔਰ ਨਾਮ, ਸੇਵਾ, ਸਿਮਰਨ ਤੋਂ ਬਿਨਾਂ ਪਰਮਾਤਮਾ ਜਿਹੜਾ ਸਰੀਰ 'ਚ ਵੀ ਬੈਠਾ ਹੈ, ਹਰ ਥਾਂ 'ਤੇ ਵੀ ਬੈਠਾ ਹੈ, ਉਹਦਾ ਕੋਈ ਲਾਭ ਨਹੀਂ ਹੈ। ਲਾਭ ਉਦੋਂ ਹੁੰਦਾ ਹੈ ਜਦੋਂ ਸੇਵਾ, ਸਿਮਰਨ, ਗੁਰਬਾਣੀ, ਨਾਮ ਦੇ ਨਾਲ ਉਹਨੂੰ ਪ੍ਰਗਟ ਕਰ ਲਈਦਾ ਹੈ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਪਰ ਉਹਦਾ ਕੀ ਲਾਭ? ਨਾ ਤੇ ਉਹ ਪੀਣ ਦੇ ਕੰਮ ਆਉਂਦਾ ਹੈ, ਨਾ ਇਸ਼ਨਾਨ ਦੇ ਕੰਮ ਆਉਂਦਾ ਹੈ, ਨਾ ਵਰਤਣ ਦੇ ਕੰਮ ਆਉਂਦਾ ਹੈ। ਪਰ ਜੇ ਉਸੇ ਪਾਣੀ ਨੂੰ ਬਾਹਰ ਕੱਢ ਕੇ ਸਰੋਵਰ ਦਾ ਰੂਪ ਦੇ ਦਿੱਤਾ ਜਾਵੇ, ਜਾਂ ਨਲਕੇ ਰਾਹੀਂ, ਮੋਟਰਾਂ ਰਾਹੀਂ, ਪੰਪ ਰਾਹੀਂ ਬਾਹਰ ਕੱਢਿਆ ਜਾਵੇ, ਤਾਂ ਫਿਰ ਉਹ ਪੀਣ ਦੇ ਕੰਮ ਵੀ ਆਉਂਦਾ ਹੈ ਔਰ ਰੋਜ਼ ਵਰਤਣ ਦੇ ਕੰਮ ਵੀ ਆਉਂਦਾ ਹੈ। ਮਨੁੱਖ ਦੇ ਬੜੇ ਸਵਾਰਥ ਸਿੱਧ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਡੇ ਸਰੀਰ ਦੇ ਵਿੱਚ ਬੈਠਾ ਹੈ, ਉਹਦਾ ਕੀ ਲਾਭ ਹੈ? ਕੋਈ ਲਾਭ ਨਹੀਂ ਹੈ। ਜੇ ਸੇਵਾ, ਸਿਮਰਨ,
ਰੂਪੀ ਕਈਆਂ ਦੇ ਨਾਲ ਖੂਹ ਪੁੱਟਿਆ ਜਾਵੇ ਜਪ ਤਪ ਦਾ, ਤਾਂ ਫਿਰ ਉਹ ਵਾਹਿਗੁਰੂ ਰੂਪ ਜਿਹੜਾ ਜਲ ਹੈ ਉਹ ਸਾਡੇ ਸਵਾਰਥ ਵੀ ਸਿੱਧ ਕਰਦਾ ਹੈ ਅਤੇ ਜ਼ਿੰਦਗੀ ਦੇ ਵਿੱਚ ਕੰਮ ਵੀ ਆਉਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਤਮ ਸੁੱਖ ਹੈ ਇਹ ਗੁਰਬਾਣੀ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰਬਾਣੀ ਰੂਪੀ ਬਾਂਹ ਕੱਢ ਕੇ ਸੱਚੇ ਪਾਤਸ਼ਾਹ ਨੇ ਇਹ ਉੱਚੀ ਬੁਲੰਦ ਆਵਾਜ਼ ਦੇ ਵਿੱਚ ਉਪਦੇਸ਼ ਦਿੱਤਾ ਹੈ। ਗੁਰਬਾਣੀ ਸ਼੍ਰੋਮਣੀ ਹੈ ਔਰ ਸਾਡੇ ਉਧਾਰ ਵਾਸਤੇ ਸੰਸਾਰ ਦੇ ਵਿੱਚ ਆਈ ਹੈ। ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰਬਾਣੀ ਸਾਡਾ ਆਸਰਾ ਹੈ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਵਹੁ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਇੱਕ 10ਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਭਾਈ ਗੋਪਾਲਾ ਸਾਹਿਬ। ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਅਖੀਰਲੇ ਸਮੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰਹਿੰਦੇ ਰਹੇ ਨੇ। ਫਿਰ ਸਤਿਗੁਰਾਂ ਦਾ ਬਚਨ ਪਾ ਕੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਅੱਡ-ਅੱਡ ਇਲਾਕਿਆਂ ਦੇ ਵਿੱਚ ਵਿਚਰਦੇ ਰਹੇ ਹਨ। ਉਮਰ ਵੀ ਬੜੀ ਇਹਨਾਂ ਦੀ ਲੰਬੀ ਹੋਈ ਹੈ। ਸੁਖਮਣੀ ਸਾਹਿਬ ਦੀ ਕਥਾ ਦੇ ਵਿੱਚ ਸੰਤਾਂ ਨੇ ਇਹਨਾਂ ਦਾ ਜ਼ਿਕਰ ਵੀ ਕੀਤਾ। ਸੁਖਮਣੀ ਸਾਹਿਬ ਦੇ ਮਹਾਤਮ 'ਚ ਹੋਏ 10ਵੇਂ ਪਾਤਸ਼ਾਹ ਦੇ ਸਿੱਖ ਨੇ ਭਾਈ ਗੋਪਾਲ ਦਾਸ ਬੈਰਾਗੀ, ਜਿਨ੍ਹਾਂ ਨੂੰ ਭਾਈ ਗੋਪਾਲਾ ਜੀ ਕਹਿੰਦੇ ਨੇ। ਇੱਕ 6ਵੇਂ ਪਾਤਸ਼ਾਹ ਦੇ ਸਮੇਂ ਭਾਈ ਗੋਪਾਲਾ ਜੀ ਹੋਏ ਨੇ, ਇੱਕ 10ਵੇਂ ਪਾਤਸ਼ਾਹ ਦੇ ਸਮੇਂ ਭਾਈ ਗੋਪਾਲਾ ਜੀ ਭਾਈ ਗੋਪਾਲ ਦਾਸ ਬੈਰਾਗੀ ਹੋਏ। ਇਹਨਾਂ ਦਾ 10ਵੇਂ ਪਾਤਸ਼ਾਹ ਉੱਤੇ ਬੜਾ ਭਰੋਸਾ ਸੀ। ਇਹਨਾਂ ਬੜੇ ਪ੍ਰੇਮ ਦੇ ਨਾਲ ਬਚਨ ਕਰਨਾ ਕਿ ਭਾਈ ਸਿੱਖੋ, ਕੋਈ ਗੁਰੂ ਤੁਲਹਾ, ਕੋਈ ਗੁਰੂ ਬੇੜੀ ਤੇ ਕੋਈ ਗੁਰੂ ਹੈ ਜਹਾਜ਼, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਤਾਂ ਪੁੱਲ ਦੇ ਸਮਾਨ ਹਨ। ਜਿਵੇਂ ਪੁੱਲ ਦੇ ਉੱਤੋਂ ਦੀ ਅੰਨਾ ਵੀ ਲੰਘ ਜਾਂਦਾ ਹੈ, ਪਿੰਗਲਾ ਵੀ ਲੰਘ ਜਾਂਦਾ ਹੈ, ਜੀਵ ਜੰਤੂ ਵੀ ਲੰਘ ਜਾਂਦੇ ਨੇ, ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੌਖਾ ਹੀ ਸਖੈਨ ਹੀ ਸਾਰੇ ਸੰਸਾਰ ਨੂੰ ਮੁਕਤ ਕਰਨ ਵਾਲੇ, ਤਾਰਨ ਵਾਲੇ ਸੱਚੇ ਪਾਤਸ਼ਾਹ ਹਨ। ਜਦੋਂ 10ਵੇਂ ਪਾਤਸ਼ਾਹ ਨੇ ਇਹਨਾਂ ਨੂੰ ਵਿਦਾ ਕੀਤਾ ਕਿ ਭਾਈ ਅਸੀਂ ਜੋਤੀ ਜੋਤ ਸਮਾ ਜਾਣਾ ਹੈ, ਹੁਣ ਤੁਸੀਂ ਗੁਰਮਤਿ ਦਾ ਪ੍ਰਚਾਰ ਕਰੋ, ਤਾਂ ਸ਼੍ਰੀਮਾਨ ਭਾਈ ਗੋਪਾਲਾ ਸਾਹਿਬ ਜੀ, ਭਾਈ ਗੋਪਾਲ ਦਾਸ ਬੈਰਾਗੀ ਜੀ, ਇਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਿੱਥੋਂ ਕਰਾਂਗੇ? ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਜਿਨ੍ਹਾਂ ਮੇਰੇ ਦਰਸ਼ਨ ਕਰਨੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ। ਜਿਨ੍ਹਾਂ ਮੇਰੇ ਨਾਲ ਬਚਨ ਕਰਦੇ ਨੇ ਉਹ ਗੁਰੂ ਕੀ ਬਾਣੀ ਦਾ ਪਾਠ ਕਰੇ, ਸਿਮਰਤ ਕਰੇ, ਜਾਪ ਕਰੇ। ਤਾਂ ਇਸੇ ਕੋਟ ਦੇ ਇਲਾਕੇ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਤਾਂ ਜਦੋਂ ਕੋਈ ਪ੍ਰੇਮੀ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਦਾਨੀ ਏਡੇ ਸਨ ਕਿ ਸਿਰਫ ਨਗੇਜ ਢੱਕਣ ਵਾਸਤੇ ਇੱਕ ਕਛਹਿਰਾ ਪਹਿਨਦੇ ਸਨ, ਬਾਕੀ ਇੱਕ ਸਰੀਰ ਤੇ ਦਸਾਲਾ ਬੜਾ ਮਹਿੰਗਾ ਰੱਖਦੇ ਸਨ। ਤੇ ਜਦੋਂ ਕਿਸੇ ਨੇ ਕਹਿਣਾ ਕਿ ਭਾਈ ਸਾਹਿਬ ਮੇਰੀ ਲੜਕੀ ਦੀ ਸ਼ਾਦੀ ਹੈ, ਤਾਂ ਉਸ ਸਮੇਂ ਫਿਰ ਆਪਣੀ ਜਿਹੜਾ ਆਪਣਾ ਦਸ਼ਾਲਾ ਸੀ ਬੜਾ ਕੀਮਤੀ, ਉਹ ਲਾ ਕੇ ਦੇ ਦੇਣਾ, ਕਹਿਣਾ ਵੇਚ ਲਾ ਇਹਨੂੰ ਤੇ ਲੜਕੀ ਦੀ ਸ਼ਾਦੀ ਕਰ ਲਾ। ਇੱਦਾਂ ਦਾ ਸੁਭਾਅ ਧਾਰਨ ਕਰਕੇ ਰੱਖਦੇ ਸੀ। ਇਸ ਤੋਂ ਵੱਧ ਜਾਇਦਾਦ ਨਹੀਂ ਸੀ ਰੱਖਦੇ ਆਪਣੀ, ਸਿਰਫ ਗੁਰਮਤਿ ਦਾ ਪ੍ਰਚਾਰ ਕਰਦੇ ਸਨ।
ਤਾਂ ਜਦੋਂ ਕਿਸੇ ਪ੍ਰੇਮੀ ਨੇ ਇਹਨਾਂ ਦੇ ਦਰਸ਼ਨ ਕਰਨ ਆਉਣਾ ਤਾਂ ਉਸ ਸਮੇਂ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਆਇਆ ਪਹਿਲਾਂ। ਹੁਣ ਕੋਈ ਸੰਤਾਂ ਨੂੰ ਮਿਲਣ ਜਾਵੇ ਤੇ ਇਹੋ ਜਿਹੇ ਸੰਤ ਤੇ ਵਿਰਲੇ ਹੀ ਹੋਣਗੇ ਨਾ ਜਿਹੜੇ ਪਹਿਲਾਂ ਕਹਿਣਗੇ ਵੀ 8ਵੇਂ ਪਾਤਸ਼ਾਹ ਬੰਗਲਾ ਸਾਹਿਬ ਮੱਥਾ ਟੇਕ ਕੇ ਆਇਆ ਪਹਿਲਾਂ, ਜਾਂ ਸੀਸਗੰਜ ਸਾਹਿਬ ਨਮਸਕਾਰ ਕਰਕੇ ਆਇਆ ਕਿ ਨਹੀਂ ਆਇਆ। ਤਾਂ ਪਹਿਲਾਂ ਕਹਿਣਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਆਇਆ। ਤਾਂ ਜੇ ਕਹਿ ਦੇਣਾ ਜੀ ਮਹਾਰਾਜ ਮੱਥਾ ਟੇਕ ਆਏ ਆ ਤੇ ਅੱਗਿਓਂ ਬਚਨ ਕਰਨਾ ਭਲੋ ਰੇ ਭਲੋ, ਤੇ ਫਿਰ ਦੂਸਰਾ ਬਚਨ ਕਰਨਾ ਬਾਣੀ ਪੜ੍ਹੀ ਸੀ ਅੱਜ, ਬਾਣੀ ਪੜ੍ਹਨ ਰੂਪ ਮੱਥਾ ਟੇਕ ਕੇ ਆਇਆ, ਦਰਸ਼ਨ ਕਰਕੇ ਆਇਆ। ਜੇ ਕਹਿ ਦੇਣਾ ਜੀ ਬਾਣੀ ਵੀ ਪੜ੍ਹੀ ਹੈ ਤੇ ਮਹਾਰਾਜ ਦੇ ਦਰਸ਼ਨ ਵੀ ਕੀਤੇ ਆ, ਫਿਰ ਬਹੁਤੇ ਪ੍ਰਸੰਨ ਹੋਣਾ। ਉਹਨਾਂ ਦੀ ਭਾਵਨਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦਰਸ਼ਨ ਨੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨੇ। ਤੇ ਜੇ ਕਿਸੇ ਨੇ ਕਹਿਣਾ ਨਹੀਂ ਜੀ ਮੈਂ ਤੇ ਸਿੱਧਾ ਹੀ ਆ ਗਿਆ, ਦਾਸ ਪਹਿਲਾਂ ਮਾਫੀ ਮੰਗ ਲਵੇ, ਉਹਨਾਂ ਇੱਕ ਬੜਾ ਸਖਤ ਬਚਨ ਕਰਨਾ। ਕੀ ਕਹਿਣਾ? ਭੜੂਆ ਬੁਰੋ ਰੇ ਬੁਰੋ, ਕਿਉਂ ਮੇਰੇ ਮੱਥੇ ਲੱਗਣ ਆ ਗਿਆ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕ ਸਕਿਆ? ਇੱਥੇ ਕੀ ਲੈਣ ਆਇਆ ਹੈ ਜੇ ਬਾਣੀ ਨਹੀਂ ਪੜ੍ਹੀ ਅੱਜ? ਇੰਨਾ ਸਤਿਕਾਰ ਬਾਣੀ ਦਾ ਕਰਦੇ ਤਾਂ ਜਿਹੜੀ ਰਹਿਤ ਮਰਿਆਦਾ ਹੈ ਉਹਦੇ ਵਿੱਚ ਲਿਖਿਆ ਵੀ ਸਿੱਖ ਉਹ ਹੈ ਜਿਹੜਾ 10 ਪਾਤਸ਼ਾਹੀਆਂ ਦੀ ਬਾਣੀ 'ਚ ਯਕੀਨ ਰੱਖਦਾ ਹੈ। ਸਿੱਖ ਕੌਣ ਹੈ? ਜਿਹੜਾ 10 ਪਾਤਸ਼ਾਹੀਆਂ ਦੀ ਬਾਣੀ 'ਚ ਯਕੀਨ ਰੱਖਦਾ ਹੈ। ਤੇ ਗੁਰੂ ਕਿਹਨੂੰ ਮੰਨਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤਾਂ ਇਹ ਗੁਰਬਾਣੀ ਰੂਪ ਬਾਂਹ ਕੱਢੀ ਹੈ ਮਹਾਰਾਜ ਨੇ। ਜਿਵੇਂ ਕੋਈ ਪਤਾ ਨਾ ਲੱਗੇ ਕਿਸੇ ਨੂੰ, ਫਿਰ ਬਾਂਹ ਉੱਚੀ ਕੱਢ ਕੇ ਆਪਾਂ ਆਵਾਜ਼ ਨਹੀਂ ਮਾਰਦੇ ਇੱਧਰ ਵੇਖ। ਇੱਦਾਂ ਸੰਸਾਰ ਜਿਹੜਾ ਹੈ ਇਹ ਵਿਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਹੈ। ਤਾਂ ਸਤਿਗੁਰੂ ਜੀ ਨੇ ਗੁਰਬਾਣੀ ਰੂਪ ਬਾਂਹ ਕੱਢ ਕੇ ਗਿਆਨ ਰੂਪ ਉਪਦੇਸ਼ ਦਿੱਤਾ ਹੈ ਬਾਣੀ ਦੇ ਵਿੱਚ, ਜਾਂ ਭਗਤੀ ਰੂਪ ਉਪਦੇਸ਼ ਬੁਲੰਦ ਆਵਾਜ਼ ਕੀਤੀ ਹੈ, ਸੇਵਾ ਰੂਪ ਬੁਲੰਦ ਆਵਾਜ਼ ਦਿੱਤੀ ਹੈ। ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸ਼ਰਵਣ ਕਰ ਲਿਆ, ਸੰਤਾਂ ਨੇ, ਗੁਰੂ ਕੇ ਸਿੱਖਾਂ ਨੇ, ਉਹਨਾਂ ਨੂੰ ਫਿਰ ਸਾਧ ਸੰਗਤ ਜੀ ਆਤਮ ਸੁੱਖ ਪ੍ਰਾਪਤ ਹੋਇਆ ਹੈ, ਜਿਹੜਾ ਸੁੱਖ ਘਟਦਾ ਨਹੀਂ, ਵੱਧਦਾ ਨਹੀਂ, ਜਾਂਦਾ ਨਹੀਂ, ਆਉਂਦਾ ਨਹੀਂ। ਇੱਕ ਰਸ ਬਿਰਤੀ ਬਣੀ ਰਹਿੰਦੀ। ਸੁੱਖ ਦੁੱਖ ਤੋਂ ਉੱਪਰ ਕੀ ਆ? ਆਨੰਦ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਿਸੇ ਨੂੰ ਪੁੱਛ ਲਓ, ਹੁਣ ਦੁਨੀਆ ਦੇ ਵੈਸੇ ਕਿਸੇ ਬੰਨੇ ਵੀ ਨਹੀਂ ਰਾਜੀ ਹੁੰਦੀ। ਇੱਕ ਨੂੰ ਪੁੱਛਿਆ ਕੀ ਹਾਲ ਤੇਰਾ? ਕਹਿੰਦਾ ਕਿਰਪਾ ਵਾ। ਅੱਗਿਓਂ ਪਤਾ ਕੀ ਕਹਿੰਦਾ? ਮੇਰਾ ਵੀਰ, ਕਹਿੰਦਾ ਸਾਰੀ ਕਿਰਪਾ ਤੇਰੇ ਤੋਂ ਹੀ ਆ। ਦੂਜੇ ਨੂੰ ਪੁੱਛਿਆ ਕੀ ਹਾਲ ਤੇਰਾ? ਕਹਿੰਦਾ ਬਹੁਤ ਦੁਖੀ ਆ। ਦੁਨੀਆ ਕਿਸੇ ਬੰਨੇ ਵੀ ਨਹੀਂ ਮੰਨਦੀ। ਪਤਾ ਕੀ ਕਹਿੰਦਾ ਅੱਗਿਓਂ? ਤੂੰ ਹੀ ਦੁਖੀ ਹੋਣਾ ਸਾਰੀ ਦੁਨੀਆ ਤੋਂ, ਹੋਰ ਤੇ ਕਿਸੇ ਨੂੰ ਅਜੇ ਤੱਕ ਦੁੱਖ ਹੀ ਨਹੀਂ ਆਇਆ ਹੋਣਾ ਵੀ ਬਹੁਤ ਦੁਖੀ ਆ ਤੂੰ। ਹੁਣ ਬੰਦਾ ਜਾਵੇ ਕਿਹੜੇ ਪਾਸੇ? ਕਿਸੇ ਨੂੰ ਪੁੱਛ ਲਓ ਕਿੱਦਾਂ ਬਈ? ਕਹਿੰਦਾ ਚੜ੍ਹਦੀ ਕਲਾ ਹੈ, ਆਨੰਦ ਆ। ਮਹਾਰਾਜ ਕਹਿੰਦੇ ਆਨੰਦ ਕਹਿਣ ਨਾਲ ਆਨੰਦ ਨਹੀਂ ਆ, ਸੁੱਖ ਕਹਿਣ ਨਾਲ ਸੁੱਖ ਨਹੀਂ ਆ। ਅਸਲੀ ਸੁੱਖ ਜਿਹੜਾ ਹੈ, ਜਿਹਨੂੰ ਆਨੰਦ ਕਿਹਾ ਜਾਂਦਾ, ਉਹ ਦੁਨਿਆਵੀ ਸੁੱਖ ਦੁੱਖ ਤੋਂ ਉੱਪਰ ਹੁੰਦਾ ਹੈ। ਉਹਦੇ ਉੱਤੇ ਦੁਨਿਆਵੀ ਸੁੱਖ ਦੁੱਖ ਦਾ ਕੋਈ ਅਸਰ ਨਹੀਂ ਪੈਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿੱਡੇ ਸਹਿਣਸ਼ੀਲ ਨੇ, ਤੱਤੀ ਲੋਹ ਤੇ ਬੈਠੇ ਨੇ। ਉਹ ਕਿਹੜੀ ਅਵਸਥਾ ਹੈ? ਆਨੰਦ ਆ, ਜਿਹੜੀ ਸੁੱਖ ਦੁੱਖ ਤੋਂ ਉੱਪਰ ਹੈ। ਤੇਰਾ ਕੀਆ ਮੀਠਾ ਲੱਗੇ। ਏਸੀ ਵਾਲੇ ਕਮਰੇ 'ਚ ਬਹਿ ਕੇ ਕਹਿਣਾ ਤੇ ਬੜਾ ਸੌਖਾ, ਤੇਰਾ ਕੀਆ ਮੀਠਾ ਲੱਗੇ। ਚੰਗੀ ਵੱਡੀ ਗੱਡੀ ਹੋਵੇ, ਇਹ ਭੇਦਾਤ ਤੇਰੀ ਦਾਤਾਰ ਉੱਤੇ ਪੰਕਤੀਆਂ ਚੁੱਕ ਕੇ ਲਿਖ ਦਿੰਦੇ।
ਤੇ ਜਿੱਦਣ ਸਭ ਕੁਝ ਚਲੇ ਗਿਆ ਉਦਣ ਕੋਈ ਕਹੂਗਾ ਵੀ ਤੇਰਾ ਕੀਆ ਮੀਠਾ ਲੱਗੇ, ਉਦਣ ਧਾਹਾਂ ਨਿਕਲ ਲੱਗੀਆਂ, ਉਦਣ ਰੋਵਾਂਗੇ, ਰੱਬ ਨਾਲ ਲੜਾਂਗੇ, ਮਿਹਣੇ ਦੇਵਾਂਗੇ ਵੀ ਤੂੰ ਸਾਡਾ ਇੰਨਾ ਨੁਕਸਾਨ ਕੀਤਾ। ਤੱਤੀ ਲੋਹ ਤੇ ਬਹਿ ਕੇ ਕਹਿਣਾ ਤੇਰਾ ਕੀਆ ਮੀਠਾ ਲੱਗੇ, ਉਹਦੇ 'ਚ ਫਰਕ ਆ। ਤੇ ਘਰ 'ਚ ਰੋਟੀਆਂ ਖਾਣੀਆਂ ਰੰਗ ਬਰੰਗੀਆਂ, ਭਾਜੀਆਂ ਖਾਣੀਆਂ ਰੰਗ ਬਰੰਗੀਆਂ, ਤੇ ਏਸੀ ਵਾਲੇ ਕਮਰੇ 'ਚ ਸੋਹਣੇ ਬੈੱਡ ਤੇ ਬਹਿ ਕੇ ਕਹਿਣਾ ਤੇਰਾ ਕੀਆ ਮੀਠਾ ਲੱਗੇ, 'ਚ ਬੜਾ ਫਰਕ ਆ। ਤਾਂ ਆਤਮ ਸੁੱਖ ਕੀ ਹੈ? ਜੇ ਆਤਮ ਸੁੱਖ ਨੂੰ ਚਾਹੁੰਦੇ ਹੋ, ਪਰਮਾਤਮਾ ਦਾ ਸੁੱਖ ਰੂਪ ਗੁਣ ਚਾਹੁੰਦੇ ਹੋ, ਤਾਂ ਫਿਰ ਗੁਰੂ ਦੀ ਸ਼ਰਨ ਪਏ ਰਹੋ। ਜੇ ਗੁਰੂ ਦੇ ਦਰ ਤੇ ਪਏ ਰਹੋਗੇ ਤਾਂ ਇਹੋ ਜਿਹਾ ਸੁੱਖ ਪ੍ਰਾਪਤ ਹੋਵੇਗਾ ਜਿਹਦੇ ਉੱਤੇ ਦੁਨਿਆਵੀ ਕਿਸੇ ਸੁੱਖ ਦੁੱਖ ਦਾ ਅਸਰ ਨਹੀਂ ਪਵੇਗਾ। ਇੱਕ ਸੰਤ ਹੋਏ ਨਾ ਮਹਾਤਮਾ, ਕੋਈ ਨਿੰਦਕ ਜਾਣ ਕੇ ਉਹਨਾਂ ਪਾਸ ਚਲੇ ਗਿਆ, ਮੌਕਾ ਭਾਲਦਾ ਰਿਹਾ ਵੀ ਇਹਨੂੰ ਮਾਰਨਾ ਹੈ। ਉਹ ਸੰਤ ਨਾ ਦਿਨੇ ਆਰਾਮ ਕਰਦੇ ਹੁੰਦੇ ਸੀ ਥੋੜਾ ਬਹੁਤਾ, ਤੇ ਰਾਤ ਸਾਰੀ ਜਾਗਦੇ ਸੀ। ਅਭਿਆਸ ਕਰ ਕਰਕੇ ਉਹਨਾਂ ਨੇ ਆਪਣਾ ਸਰੀਰ ਇਸ ਤਰ੍ਹਾਂ ਦਾ ਬਣਾ ਲਿਆ ਸੀ, ਵਾਹਿਗੁਰੂ ਦੇ ਪ੍ਰੇਮ ਨੇਮ ਦੇ ਵਿੱਚ ਜਾਗਦੇ ਸੀ। ਜਾਗਣਾ ਜਾਗਣ ਨੀਕਾ, ਐਸੀ ਬਿਰਤੀ ਸੀ ਉਹਨਾਂ ਦੀ। ਤਾਂ ਉਹ ਜਿਹੜਾ ਨਿੰਦਕ ਸੀ, ਦੋਖੀ ਸੀ, ਉਹਨੇ ਵੇਖਿਆ ਵੀ ਰਾਤ ਇਕੱਲੇ ਬੈਠੇ ਨੇ ਪਲੰਘੇ ਤੇ, ਸਿਮਰਨ ਕਰਦੇ ਪਏ ਨੇ, ਸੰਗਤ ਵਿੱਚ ਹੀ ਰਹਿੰਦਾ ਸੀ। ਪਰ ਕਬੀਰ ਸਾਹਿਬ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਸ ਵਜਾਈਏ ਫੂਕ। ਗੁਰੂ ਪੂਰਾ ਹੋਵੇ ਪਰ ਸਿੱਖ ਦਾ ਦਿਲ ਜੇ ਬਾਂਸ ਵਰਗਾ ਵਾ, ਅਸਰੀ ਕੋਈ ਨਹੀਂ, ਫੂਕ ਮਾਰੀ ਨਿਕਲ ਗਈ ਹੈ, ਤਾਂ ਕੀ ਲਾਭ ਹੋਵੇਗਾ ਪੂਰੇ ਗੁਰੂ ਦਾ? ਜਿੱਥੇ ਮੁਰਸ਼ਿਦ ਪੂਰਾ ਚਾਹੀਦਾ ਹੈ ਉੱਥੇ ਸਿੱਖ ਵੀ ਜਗਿਆਸੂ ਚਾਹੀਦਾ ਹੈ, ਗੁਰੂ ਦੇ ਬਚਨ ਨੂੰ ਮੰਨਣ ਵਾਲਾ ਚਾਹੀਦਾ ਹੈ। ਤਾਂ ਮਹਾਂਪੁਰਖਾਂ ਨੇ ਬੜਾ ਸਮਝਾਉਣ ਦਾ ਵੀ ਯਤਨ ਕੀਤਾ ਵੀ ਇਹਦਾ ਜੀਵਨ ਬਦਲ ਜੇ, ਪਰ ਪਰਉਪਕਾਰੀ ਸੀ। ਨਾਲ ਦੇ ਸਿੱਖਾਂ ਨੇ ਵੀ ਆਖਿਆ ਵੀ ਇਹਦਾ ਤਿਆਗ ਕਰ ਦਿਓ, ਦੁੱਖ ਦਵੇਗਾ। ਪਰ ਉਹ ਸੰਤ ਸੀ ਨਾ, ਮਹਾਤਮਾ ਸੀ। ਉਹ ਰਾਤ ਪਈ ਤੇ ਉਹ ਡਾਂਗ ਲੈ ਕੇ ਸੰਤਾਂ ਦੇ ਪਾਸ ਆ ਗਿਆ, ਕਹਿੰਦਾ ਮੈਂ ਤੇਰੇ ਸਿਰ 'ਚ ਮਾਰਨੀ। ਮਹਾਤਮਾ ਦੇ ਚਿਹਰੇ ਤੇ ਬਿਲਕੁਲ ਫਰਕ ਨਹੀਂ ਪਿਆ। ਜੇ ਪੈ ਜਾਂਦਾ, ਕੋਈ ਆਣ ਕੇ ਖਲੋ ਕੇ ਤੁਹਾਡੇ ਪਿੱਠ ਪਿੱਛੇ ਕਵੇ ਮੈਂ ਤੇਰੇ ਸਿਰ 'ਚ ਡਾਂਗ ਮਾਰਦੀ ਆ, ਤੇ ਰੰਗ ਉੱਡਦੇ ਕਿ ਨਹੀਂ, ਮੂੰਹ ਪੀਲਾ ਪੈਂਦਾ ਕਿ ਨਹੀਂ? ਪਰ ਮਹਾਤਮਾ ਦੇ ਚਿਹਰੇ ਤੇ ਹੋਰ ਲਾਲੀ ਆ ਗਈ। ਕਹਿੰਦੇ ਡਾਂਗ ਮਾਰਨੀ ਆ? ਕਹਿੰਦਾ ਜੀ ਹਾਂ। ਕਹਿੰਦੇ ਚੰਗਾ ਫਿਰ ਪਹਿਲਾਂ ਮਿਸ਼ਰੀ ਖਾ ਲਾ। ਉਹਨੂੰ ਮਿਸ਼ਰੀ ਕੱਢ ਕੇ ਦਿੱਤੀ ਜੇਬ 'ਚ, ਇਲਾਚੀ ਦਿੱਤੀ, ਲੌਂਗ ਦਿੱਤੇ, ਤੇ ਕਹਿਣ ਲੱਗੇ ਭਾਈ ਦੁਨੀਆ ਇਸ ਸਰੀਰ ਨੂੰ ਸੰਤ ਕਹਿੰਦੀ ਹੈ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਸਹਿਣਸ਼ੀਲ ਸੰਤੰਗ ਸਮ ਮਿਤਰਸ ਦੁਰਜਨ ਹੈ। ਜਾਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਅਸਲੀ ਸੰਤ ਕੌਣ ਹੈ? ਸਾਹਮਣੇ ਅਨੇਕਾਂ ਪ੍ਰਕਾਰ ਦੇ ਭੋਜਨ ਰੱਖ ਕੇ ਸ਼ਰਧਾਲੂ ਸੇਵਾ ਕਰਨ ਵਾਸਤੇ ਹਾਜ਼ਰ ਹੋ ਗਏ। ਉਸੇ ਟਾਈਮ ਪਿੱਠ ਪਿੱਛੇ ਕੋਈ ਹਥਿਆਰ ਲੈ ਕੇ, ਤਲਵਾਰ ਲੈ ਕੇ ਗਲ ਵੱਢਣ ਨੂੰ ਤਿਆਰ ਹੋਵੇ। ਜਿਹੜਾ ਗਲ ਵੱਢਣ ਨੂੰ ਤਿਆਰ ਹੋਇਆ ਹੈ ਉਹਦੇ ਨਾਲ ਨਫ਼ਰਤ ਨਹੀਂ, ਤੇ ਜਿੰਨੇ ਸਾਹਮਣੇ 36 ਪ੍ਰਕਾਰ ਦੇ ਭੋਜਨ ਰੱਖੇ ਨੇ ਉਹਦੇ ਨਾਲ ਮੋਹ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਸੰਤ ਤੇ ਉਹ ਹੁੰਦੇ। ਤਾਂ ਮਹਾਂਪੁਰਖ ਕਹਿਣ ਲੱਗੇ ਇਸ ਸਰੀਰ ਨੂੰ ਸੰਤ ਕਹਿੰਦੇ ਆ, ਤੇ ਸੰਤ ਤੇ ਮੈਂ ਬਣਿਆ ਨਹੀਂ, ਪਰ ਯਤਨ ਕਰ ਲੈਣਾ। ਫਿਰ ਹੁਣ ਸਿਮਰਨ ਕਰਦਾ ਪਿਆ ਵਾਂ, ਜਾਪ ਕਰਦਾ ਪਿਆ ਵਾਂ, ਤਾਂ ਪੰਜਵੇਂ ਪਾਤਸ਼ਾਹ ਦਾ ਧਿਆਨ ਕੀਤਾ ਸੰਤਾਂ ਨੇ, ਤੇ ਧਿਆਨ ਕਰਕੇ ਕਹਿਣ ਲੱਗੇ ਚੰਗਾ ਫਿਰ ਮਾਰ। ਉਹਨੇ ਪਾਪੀ ਨੇ ਵੱਟ ਕੇ ਡਾਂਗ ਮਾਰੀ ਮਹਾਂਪੁਰਖਾਂ ਦੇ ਸਿਰ 'ਚ। ਸਿਰ ਫੜ ਗਿਆ,
ਲਹੂ ਲਹਾਨ ਪਲੰਘਾ ਭਰ ਗਿਆ। ਕੁਝ ਘੰਟਿਆਂ ਬਾਅਦ ਸੁਰਤ ਵਾਪਸ ਆਈ। ਉਨੇ ਚਿਰ ਨੂੰ ਰੌਲਾ ਪੈ ਗਿਆ, ਖੜਾਕ ਜੂ ਆਇਆ, ਡਾਂਗ ਸਿਰ 'ਚ ਮਾਰੀ। ਜਦੋਂ ਸੇਵਾਦਾਰਾਂ ਨੇ ਵੇਖਿਆ ਉਹਨਾਂ ਭੱਜ ਕੇ ਫੜ ਲਿਆ, ਮੁਸ਼ਕਾਂ ਬੰਨ੍ਹ ਲੀਆਂ। ਇੱਕ ਨਿਹੰਗ ਹੁੰਦਾ ਸੀ ਭਾਈ ਗੱਜਣ ਸਿੰਘ, ਉਹ ਬੜਾ ਵੀਰ ਆਸ 'ਚ ਆਇਆ, ਉਹਨੇ ਸ੍ਰੀ ਸਾਹਿਬ ਕੱਢ ਲਈ ਵੀ ਤੇਰੀ ਧੌਣ ਲਾਉਣੀ ਹੁਣੇ। ਸੰਤਾਂ ਨੂੰ ਹੋਸ਼ ਆਈ, ਖੂਨ ਸਾਫ਼ ਕੀਤਾ, ਜ਼ਖਮ ਕੀਤਾ, ਦਸਤਾਰ ਉਸੇ ਤਰ੍ਹਾਂ ਬੰਨ੍ਹ ਕੇ ਕਹਿੰਦੇ ਵੇਖਿਓ ਮਾਰਿਓ ਨਾ ਇਹਨੂੰ, ਕਿਉਂ ਪੰਜਵੇਂ ਪਾਤਸ਼ਾਹ ਕਹਿੰਦੇ ਸਹਿਣਸ਼ੀਲ ਸੰਤੰਗ। ਉਹ ਬਾਬਾ ਨਿਹੰਗ ਸਿੰਘ ਕਹਿਣ ਲੱਗਾ ਮਹਾਂਪੁਰਖੋ ਵੀ ਤੁਸੀਂ ਸੰਤਾਂ, ਚਲੋ ਤੁਹਾਨੂੰ ਮੁਬਾਰਕ, ਪਰ ਅਸੀਂ ਸੰਤ ਸਿਪਾਹੀ ਆ। ਜੇ ਕੋਈ ਨਿਮਰਤਾ ਦਾ ਇੰਨਾ ਲਾਭ ਲਵੇ, ਫਿਰ ਸ੍ਰੀ ਸਾਹਿਬ ਵੀ ਤੇ ਮਹਾਰਾਜ ਨੇ ਤਾਂ ਹੀ ਦਿੱਤੀ ਆ ਨਾ ਵੀ ਇਹ ਨਿਮਰਤਾ ਦਾ ਨਜਾਇਜ਼ ਫਾਇਦਾ ਚੁੱਕਦਾ, ਇਹ ਸ਼ਾਂਤੀ ਦਾ ਨਜਾਇਜ਼ ਫਾਇਦਾ ਚੁੱਕਦਾ ਪਿਆ ਹੈ। ਮਹਾਂਪੁਰਖ ਕਹਿੰਦੇ ਜੋ ਹੁਕਮ ਪਰਮੇਸ਼ਰ ਦਾ, ਪਰ ਮੇਰੀ ਬੇਨਤੀ ਆ ਸਾਰੇ ਸਿੰਘਾਂ ਨੂੰ, ਸਿੱਖਾਂ ਨੂੰ, ਕਹਿਣ ਲੱਗੇ ਨਾ ਮਾਰਿਓ। ਕਹਿੰਦੇ ਇਹਨੂੰ ਮੇਰੇ ਕੋਲੇ ਲਿਆਓ। ਉਹ ਸਾਰੀ ਸੰਗਤ ਹੈਰਾਨ ਹੋ ਗਈ। ਰਾਜਾ ਵੀ ਆ ਗਿਆ, ਸਰਦਾਰ ਵੀ ਆ ਗਿਆ ਵੀ ਹੁਣ ਇਹਨੂੰ ਨਾ ਸਜ਼ਾ ਦੇਣੀ ਆ, ਰਾਜੇ ਦੇ ਬੁੱਲ ਫੜਕਣ ਵੀ ਮੈਂ ਇਹਨੂੰ ਨਾ ਬਰੀਕ ਕਰਕੇ, ਨਿੱਕਾ ਨਿੱਕਾ ਕਰਕੇ ਵੱਢਣਾ ਇਹਨੂੰ। ਏਡਾ ਦੁਸ਼ਟ, ਏਡਾ ਪਾਪੀ। ਪਰ ਉਹ ਮਹਾਤਮਾ ਕਹਿਣ ਲੱਗੇ ਵੀ ਐਂ ਕਰੋ ਵੀ ਚੂਰੀ ਕੁੱਟ ਕੇ ਲਿਆਓ, ਖੰਡ ਪਾ ਕੇ, ਘਿਓ ਪਾ ਕੇ ਨਾ ਚੂਰੀ ਕੁੱਟੋ, ਤੇ ਚੂਰੀ ਕੁੱਟ ਕੇ ਕਹਿੰਦੇ ਹੁਣ ਇਹਨੂੰ ਖਵਾਓ, ਜਿਹਨੇ ਸਿਰ 'ਚ ਡਾਂਗ ਮਾਰੀ ਉਹਨੂੰ ਖਵਾਓ। ਚੂਰੀ ਖਵਾਈ ਤੇ ਕਹਿੰਦੇ ਹੁਣ ਇਹਨੂੰ ਨਾ ਜਾਓ ਛੱਡ ਆਓ। ਇੱਦਾਂ ਤਿਆਗ ਦਿੱਤਾ ਜਿਵੇਂ ਸਾਧੂ ਬੰਦਾ ਪਾਪ ਦਾ ਫੁਰਨਾ ਤਿਆਗ ਦਿੰਦਾ, ਲੋਭ ਦਾ ਫੁਰਨਾ ਤਿਆਗਦਾ। ਇੱਦਾਂ ਫਿਰ ਉਹਨੂੰ ਤਿਆਗਿਆ ਮਹਾਤਮਾ ਨੇ। ਤਾਂ ਭਾਈ ਜਿਨ੍ਹਾਂ ਨੂੰ ਆਤਮ ਸੁੱਖ ਮਿਲ ਗਿਆ ਨਾ, ਉਹ ਤਾਂ ਭਾਵੇਂ ਬੰਦ ਕੱਟਿਆ ਜਾਵੇ, ਭਾਈ ਮਤੀ ਦਾਸ ਜੀ ਵਾਂਗ, ਭਾਈ ਸਤੀ ਦਾਸ ਜੀ ਵਾਂਗ, ਭਾਈ ਦਿਆਲਾ ਜੀ ਵਾਂਗ, ਉਹਨਾਂ ਦੀ ਫਿਰ ਸੁਰਤੀ ਬਿਰਤੀ 'ਚ ਫਰਕ ਨਹੀਂ ਪੈਂਦਾ ਹੈ। ਇਹਨੂੰ ਆਤਮ ਸੁੱਖ ਕਹਿੰਦੇ। ਇਹਨੂੰ ਮਹਾਰਾਜ ਨੇ ਨਾ ਆਨੰਦ ਦਾ ਨਾਂ ਦਿੱਤਾ ਹੈ। ਕਿਤੇ ਕਿਤੇ ਸੁੱਖ ਸ਼ਬਦ ਵੀ ਵਰਤਿਆ ਹੈ ਵੀ ਉਹ ਸੁੱਖ ਜਿਹੜਾ ਕਿਤੇ ਜਾਂਦਾ ਨਹੀਂ, ਘਟਦਾ ਨਹੀਂ, ਜਿਹਦੇ ਵਿੱਚ ਫਰਕ ਨਹੀਂ ਪੈਂਦਾ ਸਮੇਂ ਨਾਲ, ਪਰਿਸਥਿਤੀ ਨਾਲ, ਸਿਚੁਏਸ਼ਨ ਨਾਲ, ਜਿਹਦੇ 'ਚ ਫਰਕ ਨਹੀਂ ਆਉਂਦਾ ਹੈ। ਐਸਾ ਸੁੱਖ ਮਹਾਰਾਜ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਸ਼ਰਨ ਦਾ ਭਾਵ ਕੀ ਹੁੰਦਾ ਹੈ? ਜਿਵੇਂ ਦੋ ਰਾਜੇ ਲੜ ਪਏ, ਇੱਕ ਹਾਰ ਗਿਆ, ਜਿਹੜਾ ਹਾਰ ਗਿਆ ਉਹਨੇ ਦੂਜੇ ਰਾਜੇ ਨੂੰ ਆਖਿਆ ਭਾਵੇਂ ਜਿਉਂਦਾ ਰੱਖ ਭਾਵੇਂ ਮਾਰ। ਇਹ ਕੀ ਆ? ਸ਼ਰਨ ਪ੍ਰਾਪਤ ਕਰਨੀ। ਜਿਵੇਂ ਕੋਈ ਚੀਜ਼ ਗੁਰਦੁਆਰੇ ਨੂੰ ਚੜ੍ਹਾਤੀ, ਹੁਣ ਗੁਰੂ ਘਰ ਦੀ ਮਰਜ਼ੀ, ਉਹਨੂੰ ਜਿੱਦਾਂ ਮਰਜ਼ੀ ਵਰਤਣ, ਇੱਦਾਂ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦੇਣਾ, ਇਹਨੂੰ ਕਹਿੰਦੇ ਸ਼ਰਨ ਪ੍ਰਾਪਤ ਕਰਨੀ। ਤਾਂ ਜਿਹੜੇ ਇਸ ਤਰ੍ਹਾਂ ਆਪਣਾ ਆਪ ਸਤਿਗੁਰੂ ਨੂੰ ਸੌਂਪ ਦਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਹੁਣ ਤੁਹਾਡੀ ਮਰਜ਼ੀ ਹੈ, ਭਾਵੇਂ ਸੁੱਖ 'ਚ ਰੱਖੋ ਭਾਵੇਂ ਦੁੱਖ 'ਚ ਰੱਖੋ, ਪਰ ਜੋੜ ਕੇ ਰੱਖੋ ਆਪਣੇ ਚਰਨਾਂ ਨਾਲ। ਇੱਦਾਂ ਜਿੰਨਾ ਸ਼ਰਨ ਪ੍ਰਾਪਤ ਕੀਤੀ ਹੈ, ਫਿਰ ਮਹਾਰਾਜ ਕਹਿੰਦੇ ਦੀਨ ਦਰਦ ਦੁੱਖ ਭੰਜਨਾ। ਫਿਰ ਮਹਾਰਾਜ ਜੀ ਕੀ ਕਹਿੰਦੇ ਨੇ? ਦੁੱਖ ਬਿਨਸੇ ਸਹਿਸਾ ਗਇਓ, ਸਰਨ ਗਹੀ ਹਰ ਆਏ, ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਸ਼ਰਨ ਪ੍ਰਾਪਤ ਕਰਨ ਵਾਲੇ ਦਾ ਇੱਕ ਦੁੱਖ ਕੱਟਿਆ ਜਾਂਦਾ ਹੈ, ਦੂਜਾ ਉਹਦਾ ਸਹਿਮ ਮੁੱਕ ਜਾਂਦਾ, ਚਿੰਤਾ ਮੁੱਕ ਜਾਂਦੀ ਹੈ, ਤੀਜੀ ਉਹਨੂੰ ਮਨ ਇੱਛਿਤ ਵਸਤੂ ਪ੍ਰਾਪਤ ਹੁੰਦੀ ਹੈ। ਤਾਂ ਜੇ ਭਾਈ ਆਤਮ ਸੁੱਖ ਨੂੰ ਲੋੜਦੇ ਹੋ ਸੰਤੋ ਗੁਰੂ ਕੇ ਸਿੱਖੋ, ਤਾਂ ਮਹਾਰਾਜ ਦਾ ਦਰ ਨਾ ਕਦੀ ਵੀ ਛੱਡਿਓ। ਸਤਿਗੁਰੂ ਜੀ ਸਮਝਾਉਂਦੇ ਹਨ, ਜੇ ਵੱਡ ਭਾਗ ਹੋਏ ਆਤਨੀਕਾ, ਤਾਂ ਗੁਰਮਤਿ ਨਾਮ ਦ੍ਰਿੜੀਜੈ। ਜੇ ਬਹੁਤੇ ਵੱਡੇ ਭਾਗ ਹੋਣ ਤੇ ਵੱਡੇ ਭਾਗਾਂ ਦੇ ਨਾਲ ਆਤਨੀਕਾ ਕਰਤੱਵ ਵੀ ਸ੍ਰੇਸ਼ਟ ਹੋਣ, ਚੰਗੇ ਹੋਣ, ਤਾਂ ਸਤਿਗੁਰੂ ਜੀ ਦੀ ਮੱਤ ਦੁਆਰਾ ਨਾਮ ਦ੍ਰਿੜ ਕਰੀਦਾ ਹੈ, ਨਾਮ ਨੂੰ ਪੱਕਾ ਕਰੀਦਾ ਹੈ, ਨਾਮ ਦੀ ਕਮਾਈ ਕਰੀਦੀ ਹੈ। ਨਿਤਨੇਮ ਕਾਹਦੇ ਵਾਸਤੇ ਕਰੀਦਾ? ਵੀ ਨਾਮ ਪੱਕਾ ਹੋ ਜੇ। ਵੈਸੇ ਨਿਤਨੇਮ ਦਾ ਅਰਥ ਕੀ ਹੁੰਦਾ ਹੈ? ਦਾਸ ਨੇ ਇੱਕ ਨਵਾਂ ਅਰਥ ਪੜ੍ਹਿਆ, ਨਿਤ ਮੈਨੇ ਜਿਹੜਾ ਹਮੇਸ਼ਾ ਰਵੇ। ਉਹ ਕੌਣ? ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ
ਆਪਾਂ ਪੜ੍ਹਦੇ ਆ ਨਾ, ਆਦ ਵਾਹਿਗੁਰੂ ਜੁਗਾਦ ਵਾਹਿਗੁਰੂ, ਹੈ ਵੀ ਵਾਹਿਗੁਰੂ, ਹੋਸੀ ਵੀ ਵਾਹਿਗੁਰੂ। ਨਿੱਤ ਕੌਣ ਆ? ਹਮੇਸ਼ਾ ਰਹਿਣ ਵਾਲਾ। ਨਿੱਤ ਦਾ ਮਤਲਬ ਕੀ ਹੁੰਦਾ? ਜਿਹੜਾ ਹਮੇਸ਼ਾ ਰਵੇ। ਉਹ ਕੌਣ ਆ? ਵਾਹਿਗੁਰੂ। ਉਹਦੇ ਵਿੱਚ ਲਗਾਤਾਰ ਜੁੜੇ ਰਹਿਣਾ, ਇਹਨੂੰ ਕਹਿੰਦੇ ਆ ਨੇਮ। ਲਗਾਤਾਰ ਉਹਦੇ 'ਚ ਜੁੜੇ ਰਹਿਣਾ, ਇਹ ਕੀ ਹੋ ਗਿਆ? ਨੇਮ। ਤਾਂ ਵਾਹਿਗੁਰੂ ਦੇ ਵਿੱਚ ਬੰਦੇ ਦੀ ਸੁਰਤੀ ਬਿਰਤੀ ਜੁੜੀ ਰਵੇ, ਉਹ ਕੀ ਹੁੰਦਾ? ਨਿਤਨੇਮ। ਤੇ ਉਹ ਜੁੜੀ ਕਿੱਦਾਂ ਰਵੇ? ਕਿਉਂਕਿ ਟੁੱਟ ਜਾਂਦੀ ਹੈ ਨਾ, ਭੁੱਲ ਜਾਈਦਾ ਰੱਬ ਨੂੰ ਬੜੀ ਛੇਤੀ। ਕਈ ਵਾਰੀ ਤੇ ਗੁਰਦੁਆਰੇ ਬੈਠੇ ਵੀ ਭੁੱਲ ਜਾਈਦਾ, ਕਈ ਵਾਰੀ ਪਾਠ ਕਰਦਿਆਂ ਵੀ ਭੁੱਲ ਜਾਈਦਾ ਵੀ ਹੁਣੇ ਤੇ ਆਹ ਤੋਕ ਪੜ੍ਹਦਾ ਸੀ, ਪਤਾ ਹੀ ਨਹੀਂ ਲੱਗਾ ਪਾਠ ਕਦੋਂ ਪੂਰਾ ਹੋ ਗਿਆ, ਪਤਾ ਨਹੀਂ ਕਿੱਥੇ ਗਵਾਚ ਗਿਆ। ਤਾਂ ਉਹ ਯਾਦ ਰਵੇ, ਇਸ ਕਰਕੇ ਨਿਤਨੇਮ ਗੁਰਬਾਣੀ ਕਰਦਾ ਕਰ ਲਈਦਾ ਹੈ। ਉਹ ਯਾਦ ਰਵੇ, ਕੀਰਤਨ ਕਰ ਲਈਦਾ ਹੈ। ਉਹ ਯਾਦ ਰਵੇ, ਕਥਾ ਸੁਣ ਲਈਦੀ ਆ। ਤਾਂ ਨਿੱਤ ਵਿੱਚ ਜੁੜੇ ਰਹਿਣਾ ਵਾ, ਕਿਸੇ ਬਹਾਨੇ ਵੀ ਉਹਨੂੰ ਕਹਿ ਦਿੰਦੇ ਨੇ ਨਿਤਨੇਮ। ਤਾਂ ਕਿੱਦਾਂ ਜੁੜਨਾ ਇਹ ਵੀ ਦੱਸਿਆ ਮਹਾਰਾਜ ਨੇ। ਕਮਾਈ ਕਿੱਦਾਂ ਕਰਨੀ ਆ ਵੀ ਹਮੇਸ਼ਾ ਨਾਮ ਪੱਕਾ ਰਵੇ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮਨ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਇੰਨੀ ਕਮਾਈ ਕਰਨੀ ਚਾਹੀਦੀ ਹੈ। ਕਿੰਨੀ ਕੁ ਕਮਾਈ ਕਰਨੀ ਹੈ? ਮਹਾਰਾਜ ਕਹਿੰਦੇ ਇੱਕ ਦੂ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ 20, ਜੇ ਸੱਚੇ ਪਾਤਸ਼ਾਹ ਕਿਸੇ ਤੇ ਤਰਸ ਕਰਕੇ ਕਰਾ ਲੈ। ਕਿੰਨੀ ਕੁ ਕਮਾਈ ਕਰਨੀ ਹੈ ਨਿਤਨੇਮ ਦੀ? ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੰਨਾ ਧਿਆਨ ਦੇਣਾ ਹੈ। ਜਾਂ ਤੇ ਇਹ ਕਿੱਦਾਂ ਪਤਾ ਲੱਗੇ ਵੀ ਮੇਰਾ ਨਾਮ ਪੱਕਾ ਹੋ ਗਿਆ? ਨਾਮ ਦ੍ਰਿੜੀਜੈ, ਮੇਰਾ ਨਾਮ ਪੱਕਾ ਹੋ ਗਿਆ, ਭੁੱਲਦਾ ਨਹੀਂ, ਵਿਸਰਦਾ ਨਹੀਂ। ਇਹ ਕਿੱਦਾਂ ਪਤਾ ਲੱਗੇ? ਇਹ ਵੀ ਗੁਰਬਾਣੀ 'ਚ ਦੱਸਿਆ ਕਿ ਆਖਾਂ ਜੀਵਾ ਵਿਸਰੈ ਮਰ ਜਾਊ, ਜਦੋਂ ਨਾਮ ਜਪਣ ਤੋਂ ਬਿਨਾਂ ਜਾਨ ਨਿਕਲੇ। ਉਹ ਕੀ ਹੈ? ਇਹਦੀ ਅਵਸਥਾ ਹੈ। ਜਾਂ ਕਬੀਰ ਸਾਹਿਬ ਕਹਿੰਦੇ ਨੇ ਨਾਮ ਦੀ ਅਵਸਥਾ ਕੀ ਆ? ਵੀ ਨਾਮ ਇਹਦਾ ਪੱਕਾ ਹੋ ਗਿਆ। ਤਾਂ ਕਹਿੰਦੇ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਇੰਨੇ ਚਿਰ ਵਾਸਤੇ ਸਿਰਫ ਜਦੋਂ ਸਾਹ ਦੇ ਨਾਲ ਧਾਗਾ ਖਿੱਚਦੇ ਨੇ, ਉਹ ਸਾਹ ਕਰਕੇ ਇੱਕ ਸਾਹ ਬਿਰਥਾ ਜਾਂਦਾ ਹੈ। ਇਹ ਕਹਿੰਦੇ ਨਾਮ ਨੂੰ ਪੱਕਾ ਕਰਨਾ। ਤਾਂ ਭਾਈ ਜੇ ਵੱਡੇ ਭਾਗ ਹੋਣ ਤੇ ਸ੍ਰੇਸ਼ਟ ਆਚਾਰ ਹੋਵੇ, ਕੰਮ ਵੀ ਚੰਗੇ ਕਰੀਏ, ਤਾਂ ਗੁਰੂ ਦੀ ਮੱਤ ਦੁਆਰਾ ਨਾਮ ਨੂੰ ਦ੍ਰਿੜ ਕੀਤਾ ਜਾਂਦਾ ਹੈ। ਸਭ ਮਾਇਆ ਮੋਹ ਬਿਖਮ ਜਗ ਤਰੀਐ, ਸਹਜੇ ਹਰ ਰਸ ਪੀਜੈ। ਨਾਮ ਦ੍ਰਿੜ ਹੋ ਜੇ ਫਿਰ ਇਹਦਾ ਫਲ ਕੀ ਹੈ? ਨਾਮ ਦ੍ਰਿੜ ਦੀ ਇੱਕ ਹੋਰ ਅਵਸਥਾ ਵੀ ਦੱਸੀ ਬਾਣੀ 'ਚ। ਜਦੋਂ ਸੁੱਤੇ ਪਿਆਂ ਵੀ ਨਾਮ ਚੱਲਣ ਲੱਗ ਪਏ ਨਾ, ਫਿਰ ਸਮਝਣਾ ਚਾਹੀਦਾ ਵੀ ਨਾਮ ਦ੍ਰਿੜ ਹੋ ਗਿਆ। ਉਹ ਕੀ? ਕਬੀਰ ਸੁਪਨੇ ਹੂੰ ਬਰੜਾਏ, ਕਹਿ ਜਿਹ ਮੁਖ ਨਿਕਸੇ ਰਾਮ, ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਜਿਹੜਾ ਸੁੱਤਾ ਪਿਆ ਵੀ ਸੁਪਨੇ 'ਚ ਬਰੜਾ ਕੇ ਕਵੇ ਵਾਹਿਗੁਰੂ ਵਾਹਿਗੁਰੂ, ਉਹਦੇ ਪੈਰਾਂ ਦੀ ਜੁੱਤੀ ਵਾਸਤੇ ਕਿਸੇ ਪਸ਼ੂ ਦਾ ਚਮੜਾ ਨਾ ਲਈ। ਕਬੀਰ ਸਾਹਿਬ ਕਹਿੰਦੇ ਸੇਵਾ ਮੈਨੂੰ ਦੇ ਦੇ, ਮੇਰੇ ਸਰੀਰ ਦੇ ਚੰਮ ਦੀ ਜੁੱਤੀ ਬਣਾ ਕੇ ਉਹਦੇ ਚਰਨਾਂ 'ਚ ਪਾ। ਐਸੇ ਬੜੇ ਮਹਾਤਮਾ ਮਹਾਂਪੁਰਖ ਹੋਏ ਨੇ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਅਵਸਥਾ ਦੱਸਦੇ ਨੇ। ਜਿਹੜੇ ਨਾਲ ਦੇ ਸਿੰਘ ਸੀ, ਅੱਖੀਂ ਵੇਖੀ ਤੇ ਕੰਨੀ ਸੁਣੀ ਦਾ ਫਰਕ ਹੁੰਦਾ ਹੈ। ਜਿਹੜੇ ਨਾਲ ਰਹੇ ਨੇ ਉਹਨਾਂ ਮਹਾਂਪੁਰਸ਼ਾਂ ਦੇ ਨਾਲ, ਮਹਾਤਮਾ ਰੂਪ ਜਿਹੜੇ ਗੁਰਸਿੱਖ ਨੇ, ਉਹ ਦੱਸਦੇ ਨੇ ਕਿ ਕਈ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਉਹ ਸੁੱਤੇ ਪਏ ਪੜ੍ਹਦੇ ਹੁੰਦੇ ਸੀ। ਇੰਨੀ ਸੁਰਤੀ ਬਿਰਤੀ ਮੋੜ ਮੋੜ ਕੇ, ਘੇਰ ਘੇਰ ਕੇ ਗੁਰਬਾਣੀ ਵਿੱਚ ਲਾ ਕੇ ਰੱਖੀ ਸਾਰੀ ਉਮਰ ਵਾਸਤੇ। ਇੱਦਾਂ ਬੜੇ ਮਹਾਂਪੁਰਸ਼ ਮਹਾਤਮਾ ਹੋਏ ਨੇ। ਤਾਂ ਨਾਮ ਜਦੋਂ ਦ੍ਰਿੜ ਹੋ ਜੇ ਫਿਰ ਉਹਦਾ ਫਲ ਕੀ ਹੈ? ਤਾਂ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਬੜੇ ਪ੍ਰੇਮ ਦੇ ਨਾਲ ਦੱਸਦੇ ਨੇ। ਸਭ ਮਾਇਆ ਮੋਹ ਬਿਖਮ ਜਗ ਤਰੀਐ, ਸਹਜੇ ਹਰ ਰਸ ਪੀਜੈ। ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਨਾਮ ਰੂਪੀ ਰਸ ਪੀਣ ਲੱਗ ਪਈਏ, ਤਾਂ ਜਿਹੜਾ ਮਾਇਆ ਦਾ ਮੋਹ ਹੈ
ਇਹ ਤਰਨਾ ਬਹੁਤ ਕਠਿਨ ਹੈ, ਵਿਖਮ ਹੈ। ਮਾਇਆ ਦਾ ਮੋਹ ਛੱਡਣਾ ਬਹੁਤ ਔਖਾ ਹੈ। ਕੋਈ ਵਿਰਲਾ ਹੀ ਹੈ ਜਿਹੜਾ ਇਹਨੂੰ ਛੱਡ ਪਾਵੇਗਾ। ਗੁਰਬਾਣੀ ਕੀ ਕਹਿੰਦੀ ਹੈ? ਜਿਸ ਗ੍ਰਹਿ ਬਹੁਤੀ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਜਿਨ੍ਹਾਂ ਕੋਲੇ ਬਹੁਤੀ ਹੈ ਉਹਨਾਂ ਨੂੰ ਟੈਨਸ਼ਨ ਪਈ ਹੈ, ਸਾਂਭੀਏ ਕਿੱਦਾਂ, ਖਰਚੀ ਨਾ ਜਾਵੇ, ਚਲੀ ਨਾ ਜਾਵੇ। ਜਿਹਦੇ ਕੋਲੇ ਥੋੜੀ ਹੈ ਉਹਨੂੰ ਰੋਟੀ ਕੱਪੜੇ ਮਕਾਨ ਦੀ ਫਿਕਰ ਪਈ ਹੋਈ ਹੈ ਵੀ ਕੰਮ ਕਿੱਦਾਂ ਚੱਲੂਗਾ। ਇਹ ਬਹੁਤੀ ਵੀ ਨਹੀਂ ਸੁੱਖ ਦਿੰਦੀ, ਥੋੜੀ ਵੀ ਨਹੀਂ ਸੁੱਖ ਦੇ ਰਹੀ। ਇਹਦੇ ਕਿਸੇ ਪੱਖ 'ਚ ਸੁੱਖ ਨਹੀਂ। ਤਾਂ ਮਾਇਆ ਦਾ ਮੋਹ ਛੱਡਣਾ ਸਭ ਤੋਂ ਕਠਿਨ ਮੰਨਿਆ ਗਿਆ ਹੈ। ਜੇ ਨਾਮ ਰੂਪੀ ਰਸ ਪੀਂਦਾ ਰਵੇ, ਨਾਮ ਜਪਦਾ ਰਵੇ, ਤਾਂ ਮਹਾਰਾਜ ਨੇ ਸ਼ਬਦ ਵਰਤਿਆ ਸਹਿਜ। ਤਾਂ ਭਾਈ ਸਿੱਖਾ ਸਹਿਜੇ ਹੀ ਇਹ ਕਠਿਨ ਮਾਇਆ ਨੂੰ ਤੂੰ ਤਰ ਜਾਵੇਂਗਾ। ਮਾਇਆ ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ। ਤੇ ਜਿਹੜੇ ਭਾਈ ਨਾਮ ਨਹੀਂ ਜਪਦੇ, ਕਹਿੰਦੇ ਸਿਰਫ ਮਾਇਆ ਹੀ ਚਾਹੀਦੀ ਹੈ। ਜਿਨ੍ਹਾਂ ਗੁਰੂ ਦੀ ਸ਼ਰਨੀ ਲਈ, ਨਾਮ ਨਹੀਂ ਜਪਿਆ, ਸਿਰਫ ਪਦਾਰਥਾਂ ਦੀ ਖੇਚੀ ਸਾਰੀ ਉਮਰ ਰੱਖੀ ਵੀ ਪਦਾਰਥ ਹੀ ਚਾਹੀਦੇ ਹਨ। ਹੁਣ ਉਹਨਾਂ ਦਾ ਹਾਲ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਦੱਸਦੇ ਹਨ। ਮਾਇਆ ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ। ਮਾਇਆ ਕੀ ਹੈ? ਮਾਇਆ ਦਾ ਅਰਥ ਕੀ ਹੈ? ਛਲ ਰੂਪ, ਜਿਹੜੀ ਧੋਖਾ ਦੇ ਜਾਂਦੀ ਹੈ। ਦੂਸਰੀ ਵਾਰੀ ਫੇਰ ਮਾਇਆ ਵਰਤਿਆ ਜਿਨ੍ਹਾਂ ਨੇ ਮਾਇਆ ਨੂੰ ਹੀ ਮਾਇਆ ਮਾਂ ਪਿਓ ਬਣਾ ਲਿਆ ਹੈ, ਭੈਣ ਭਾਈ ਬਣਾ ਲਿਆ ਹੈ, ਸਾਗ ਸੰਬੰਧੀ ਬਣਾ ਲਿਆ, ਪੈਸਾ ਹੀ ਮੁੱਖ ਰੱਖ ਲਿਆ ਹੈ। ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਪੈਸਾ ਹੀ ਪਿਓ ਹੈ, ਪੈਸਾ ਹੀ ਮਾਂ ਵਾ, ਪੈਸਾ ਹੀ ਘਰ ਵਾਲੀ ਹੈ। ਇਸ ਕਰਕੇ ਦੋ ਵਾਰੀ ਸ਼ਬਦ ਵਰਤਿਆ ਮਾਇਆ ਮਾਇਆ। ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਹਰ ਸਾਹ ਦੇ ਨਾਲ ਮਾਇਆ। ਤਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸਿਰਫ ਮਾਇਆ ਨਾਲ ਹੀ ਚਿੱਤ ਜੋੜਿਆ ਹੈ। ਅਧਿਕਤਾ ਸਹਿਤ ਬਹੁਤਾ ਜ਼ਿਆਦਾ, ਇੱਥੇ ਸ਼ਬਦ ਵਰਤਿਆ ਅਧਿਕਾਈ ਬਹੁਤਾ ਜ਼ਿਆਦਾ। ਵੈਸੇ ਛੇਵੇਂ ਪਾਤਸ਼ਾਹ ਦਾ ਬਚਨ ਹੈ, ਦੌਲਤ ਗੁਜ਼ਰਾਨ। ਮਾਇਆ ਚਾਹੀਦੀ ਹੈ ਗੁਜ਼ਾਰੇ ਵਾਸਤੇ, ਜ਼ਿੰਦਗੀ ਜੀਣ ਵਾਸਤੇ, ਪਰ ਅਧਿਕਾਈ ਸ਼ਬਦ ਵਰਤਿਆ ਵੀ ਬਹੁਤਾ ਹੀ। ਇਹ ਘਰ ਵਾਲੀ ਵੀ ਪੈਸਾ ਹੀ ਹੈ, ਪਿਓ ਵੀ ਪੈਸਾ ਹੀ ਹੈ, ਮਾਂ ਵੀ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਸਭ ਪੈਸਾ ਹੀ ਪੈਸਾ। ਜਿਹੜੇ ਇਦਾਂ ਦੇ ਅਧਿਕਾਈ ਹਨ, ਇੰਨਾ ਪ੍ਰੇਮ ਕਰਨ ਵਾਲੇ ਨੇ। ਵੈਸੇ ਸਿਆਣੇ ਵਿਦਵਾਨਾਂ ਦਾ ਕਥਨ ਹੈ ਵੀ ਇੱਕ ਹੁੰਦਾ ਪਦਾਰਥ ਤੇ ਇੱਕ ਹੁੰਦਾ ਮਨੁੱਖ। ਪਦਾਰਥ ਸੀ ਵਰਤਣ ਵਾਸਤੇ ਤੇ ਮਨੁੱਖ ਸੀ ਪ੍ਰੇਮ ਕਰਨ ਵਾਸਤੇ। ਔਰ ਉਲਟਾ ਹੋ ਗਿਆ ਨਾ ਕੰਮ। ਲੋਕ ਬੰਦੇ ਨੂੰ ਵਰਤਣ ਲੱਗ ਪਏ ਤੇ ਪੈਸੇ ਨਾਲ ਪ੍ਰੇਮ ਕਰਨ ਲੱਗ ਪਏ, ਪਦਾਰਥ ਨਾਲ ਪ੍ਰੇਮ ਕਰਨ ਲੱਗ ਪਏ ਹਨ। ਸੋ ਇਹ ਜਿਹੜਾ ਸੰਸਾਰ ਹੈ, ਹੁਣ ਤੁਸੀਂ ਦੇਖੋ ਕਰੋਨਾ ਵਾਇਰਸ ਦੇ ਦਿਨ ਚੱਲਦੇ ਆ। ਸਿਆਣੇ ਮਨੁੱਖ ਸੋਚਦੇ ਆ ਵੀ ਮੂੰਹ ਢੱਕਣੇ ਪੈ ਗਏ, ਚਿਹਰੇ ਸਾਜਣੇ ਪੈ ਗਏ ਆ, ਢੱਕਣੇ ਪੈ ਗਏ। ਤੇ ਇੱਕ ਸੱਜਣ ਨੇ ਬੜਾ ਸੋਹਣਾ ਆਖਿਆ, ਕਹਿੰਦਾ ਕਰੋਨਾ ਵਾਇਰਸ ਨੇ ਲੋਕਾਂ ਦੀ ਇੱਜ਼ਤ ਰੱਖ ਲਈ। ਇੱਜ਼ਤ ਸ਼ਕਲ ਵਿਖਾਉਣ ਜੋਗੇ ਤੇ ਇਹ ਤੇ ਪਹਿਲਾਂ ਵੀ ਨਹੀਂ ਆ। ਸ਼ਕਲ ਵਿਖਾਉਣ ਜੋਗਾ ਬੰਦਾ ਪਹਿਲਾਂ ਵੀ ਨਹੀਂ ਆ। ਇਹ ਤਾਂ ਕਰੋਨਾ ਵਾਇਰਸ ਨੇ ਆਣ ਕੇ ਆਪਦੇ ਸਿਰ ਤੇ ਇਹਨਾਂ ਦੀ ਜਿਹੜੀ ਬਦਖੋਈ ਸੀ ਉਹ ਪਵਾ ਲਈ, ਤੇ ਨਾਂ ਵੱਜ ਗਿਆ ਕਰੋਨਾ ਵਾਇਰਸ ਦਾ ਵੀ ਮੂੰਹ ਢੱਕ ਕੇ ਰੱਖੋ ਸਾਰੇ। ਸੰਸਾਰ ਕਿੱਦਾਂ ਦਾ ਹੈ? ਚਪਲ ਦੀ ਨਿਆਈ। ਆ ਸਵੇਰ ਦੀ ਗੱਲ ਹੈ, ਚਪਲਾਂ ਦੀ ਗੱਲ ਹੋਈ। ਸੰਸਾਰ ਕੀ ਹੈ? ਚਪਲ ਦੀ ਨਿਆਈ। ਇਹ ਚੱਲਦਾ ਵੀ ਨਾਲ ਨਾਲ ਆ ਤੇ ਪਿੱਛੋਂ ਖੇ ਵੀ ਬੜੀ ਚੋਕੇ ਉੱਤੇ ਪਾਉਂਦਾ ਹੈ, ਮਿੱਟੀ ਵੀ ਬੜੀ ਚੋਕੇ ਉੱਤੇ ਪਾਉਂਦਾ ਹੈ। ਤਾਂ ਜਿਹੜੇ ਲੋਕ ਮਾਇਆ ਮਾਇਆ ਹੀ ਕਰਦੇ ਰਹੇ ਹਨ, ਉਹਨਾਂ ਦਾ ਕੀ ਹਸ਼ਰ ਹੁੰਦਾ ਹੈ? ਤਾਂ ਮਹਾਰਾਜ ਕਹਿੰਦੇ ਵਿੱਚ ਮਾਇਆ ਪਚੈ ਪਚੀਜੈ। ਉਹ ਆਪ ਮਾਇਆ ਦੀ ਤ੍ਰਿਸ਼ਨਾ 'ਚ ਸੜੇ ਨੇ, ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹ ਵੀ ਲੋਭ ਲਾਲਚ ਦੇ ਵਿੱਚ ਉਹਨਾਂ ਦਾ ਹਿਰਦਾ ਸੜਦਾ ਰਹਿੰਦਾ। ਇਸਲਾਮ ਧਰਮ ਦੇ ਗ੍ਰੰਥ ਨੇ ਹਦੀਸਾਂ,
ਇਤਿਹਾਸ ਦੇ ਗ੍ਰੰਥ। ਕੁਰਾਨ ਹੋਰ ਚੀਜ਼ ਹੈ, ਉਹ ਕੀ ਆ? ਇਲਹਾਮ ਖੁਦਾ ਦਾ। ਉਹ ਕੀ ਆ? ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਉਹ ਖੁਦਾ ਵੱਲੋਂ ਹੈ, ਉਹ ਹੋਰ ਚੀਜ਼ ਹੁੰਦੀ ਹੈ। ਇਤਿਹਾਸ ਦੇ ਗ੍ਰੰਥ ਰਹਿਤਨਾਮੇ ਸਾਡੇ ਵਿੱਚ ਵੀ ਇਦਾਂ ਹੀ ਆ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਬਾਕੀ ਇਤਿਹਾਸ ਦੇ ਗ੍ਰੰਥ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ, ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਹੈ। ਇਸੇ ਤਰ੍ਹਾਂ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਦੀ ਬਾਣੀ ਹੈ, ਜਿਹਦੇ ਵਿੱਚ ਦੋ ਤਰ੍ਹਾਂ ਦੀ ਬਾਣੀ। ਇੱਕ ਸ਼੍ਰੀ ਮੁਖਵਾਕ ਜੀ ਦਾ ਅਭਿਆਸ ਸਿਮਰਨ ਕਰਨਾ ਚਾਹੀਦਾ ਹੈ, ਇੱਕ ਇਤਿਹਾਸਕ ਬਾਣੀ ਹੈ। ਪੁਰਾਣਾ ਦਾ ਵੇਰਵਾ ਵਾ, ਪੁਰਾਣਾ ਦਾ ਮਤ ਦੱਸਿਆ ਗਿਆ, ਜਿਹੜਾ ਜਾਣਕਾਰੀ ਵਾਸਤੇ ਚੰਗਾ ਵਾ। ਕਥਾ ਵਿੱਚ ਐਗਜ਼ੈਂਪਲ ਵਰਤ ਸਕਦੇ ਉਹਦੀ ਤੁਸੀਂ। ਇਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ 4 ਵੇਦ ਕੀ ਮੰਨੇ ਨੇ? ਵਾਹਿਗੁਰੂ ਦਾ ਇਲਹਾਮ ਹੈ। ਬਾਕੀ ਉਹਨਾਂ ਦੇ ਗ੍ਰੰਥ ਪੁਰਾਣ ਨੇ, ਸਿਮਰਤੀਆਂ ਨੇ। ਇਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਖੁਦਾ ਦਾ ਇਲਹਾਮ ਕੀ ਹੈ? ਕੁਰਾਨ। ਤੇ ਸਿੱਖਿਆ ਕਿੱਥੋਂ ਲੈਂਦੇ ਆ? ਉਹਨੂੰ ਹਦੀਸਾਂ ਕਹਿੰਦੇ ਆ, ਜਿਹਦੇ ਵਿੱਚ ਮੁਹੰਮਦ ਸਾਹਿਬ ਦਾ ਜੀਵਨ ਜਾਂ ਉਹਨਾਂ ਦੇ ਸੰਤਾਂ ਦੇ ਬਚਨ ਨੇ, ਔਲੀਆ ਅੱਲਾ ਦੇ ਬਚਨ ਜਿਹਦੇ ਵਿੱਚ ਲਿਖੇ ਗਏ ਨੇ। ਉਹਦੇ ਵਿੱਚ ਜ਼ਿਕਰ ਆਉਂਦਾ ਹਦੀਸਾਂ ਵਿੱਚ 4 ਗੱਲਾਂ ਦਾ। ਗਿਆਨੀ ਗੁਰਪ੍ਰੀਤ ਸਿੰਘ ਜੀ ਵੈਦ ਦਮਦਮੀ ਟਕਸਾਲ ਦੇ ਵਿਦਿਆਰਥੀ, ਉਹ ਕੁਰਾਨ ਪੜ੍ਹਦੇ ਨੇ ਬੜੀ ਮਿਹਨਤ ਨਾਲ। ਤਾਂ ਹਦੀਸਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਜਦੋਂ ਬੰਦੇ ਕੋਲੋਂ ਰੱਬ ਨੇ ਹਿਸਾਬ ਲਿਆ, 4 ਚੀਜ਼ਾਂ ਪੁੱਛਣੀਆਂ ਵਾ ਹਰ ਬੰਦੇ ਕੋਲੋਂ। ਜਦੋਂ ਕਿਆਮਤ ਦੇ ਦਿਨ ਵਾਹਿਗੁਰੂ ਨੇ ਹਿਸਾਬ ਲਿਆ, ਉਦੋਂ ਬੰਦੇ ਦੇ ਪੈਰ ਧਰਤੀ 'ਚ ਗੱਡੇ ਜਾਣਗੇ, ਭੱਜ ਨਹੀਂ ਸਕੇਗਾ। ਭਾਵ ਰੱਬ ਦੇ ਹਿਸਾਬ ਤੋਂ, ਰੱਬ ਦੇ ਲੇਖੇ ਤੋਂ ਸੱਜਣਾ ਤੂੰ ਬਚ ਨਹੀਂ ਸਕੇਗਾ। ਨੰਬਰ 1 ਕਿਹੜਾ ਹਿਸਾਬ ਪੁੱਛੇਗਾ? ਉਮਰ ਕਿੱਥੇ ਖਰਚ ਕੀਤੀ ਹੈ। ਦੂਸਰਾ ਸਵਾਲ ਪੁੱਛਿਆ ਜਾਵੇਗਾ, ਚੱਲ ਉਮਰ ਦੀ ਛੱਡ, ਜਵਾਨੀ ਕਿੱਥੇ ਖਰਚ ਕਰਕੇ ਆਇਆ। ਤੀਸਰਾ ਸਵਾਲ ਪੁੱਛਿਆ ਜਾਵੇਗਾ, ਪੈਸੇ ਕਿੱਥੋਂ ਕਮਾਏ ਸੀ ਤੇ ਕਿੱਥੇ ਖਰਚ ਕੀਤੇ ਸੀ। ਕਿੱਦਾਂ ਪੈਸੇ ਕਮਾਉਂਦਾ ਰਿਹਾ ਤੇ ਕਿੱਥੇ ਲਾਉਂਦਾ ਰਿਹਾ ਹੈ। ਤੇ ਚੌਥਾ ਪੁੱਛਿਆ ਜਾਵੇਗਾ ਕਿ ਜਿਹੜਾ ਮੈਂ ਤੈਨੂੰ ਗਿਆਨ ਦਿੱਤਾ ਸੀ, ਜਿਵੇਂ ਸਾਡਾ ਗਿਆਨ ਕੀ ਆ? ਧੁਰ ਕੀ ਬਾਣੀ ਆਈ। ਜਿਹੜਾ ਤੈਨੂੰ ਗਿਆਨ ਦਿੱਤਾ ਸੀ ਕੁਰਾਨ ਦਾ, ਉਹਦੇ ਤੇ ਯਕੀਨ ਰੱਖਿਆ ਕਿ ਨਾਸਤਕ ਹੋ ਗਿਆ ਵੀ ਬਾਣੀ ਦੇ ਵਿੱਚ ਜੋ ਲਿਖਿਆ ਵਾ ਇਹ ਸੱਚ ਨਹੀਂ ਆ ਜੀ ਅੱਜ ਦੇ ਹਿਸਾਬ ਦੇ ਮੁਤਾਬਕ। ਕਿਉਂ? 3 ਦ੍ਰਿਸ਼ਟੀਕੋਣ ਨੇ ਨਾ, 3। ਹਰ ਗੱਲ ਨੂੰ ਸਮਝਣ ਦੇ 3 ਦ੍ਰਿਸ਼ਟੀਕੋਣ ਹੁੰਦੇ ਆ। ਪਹਿਲੀ ਮਿੱਥ, ਦੂਜਾ ਧਰਮ, ਤੀਜਾ ਵਿਗਿਆਨ। ਹੁਣ ਮੰਨ ਲਓ ਧਰਤੀ ਤੇ ਭੁਚਾਲ ਆਉਂਦਾ ਵਾ, ਜੇ ਇਸੇ ਗੱਲ ਨੂੰ ਤੁਸੀਂ ਮਿਥਿਹਾਸ ਨਾ ਸਮਝਣਾ ਤੇ ਕੀ ਸਮਝੋਗੇ? ਵੀ ਬਲਦ ਦੇ ਸਿੰਗ ਤੇ ਧਰਤੀ ਖੜੀ ਸੀ ਤੇ ਬਲਦ ਵਿਚਾਰਾ ਹਿੱਲਿਆ। ਹੁਣ ਕੀ ਕਵਾਂਗੇ? ਮੱਖੀਆਂ ਮੁੱਖੀਆਂ ਬਹਿ ਗਈਆਂ ਹੋਣਗੀਆਂ, ਪੂਛ ਪਾਛ ਮਾਰੀ, ਉਹਦੇ ਸਿੰਗ ਹਿੱਲ ਗਏ, ਇਸ ਕਰਕੇ ਭੁਚਾਲ ਆ ਗਿਆ। ਇਹ ਮਿੱਥ ਦੇ ਮੁਤਾਬਕ ਜਵਾਬ। ਤੇ ਧਰਮ ਦੇ ਮੁਤਾਬਕ ਜਵਾਬ ਕੀ ਹੈ? ਜਦੋਂ ਧਰਤੀ ਤੇ ਪਾਪ ਵਧੇ, ਧਰਤੀ ਤੇ ਭਾਰ ਵਧਿਆ, ਥੰਮੇ ਕੋਏ ਨਾ ਸਾਧ ਬਿਨ। ਤੇ ਵਿਗਿਆਨ ਮੁਤਾਬਕ ਇਸੇ ਚੀਜ਼ ਦਾ ਜਵਾਬ ਕੀ ਹੈ? ਵੀ ਧਰਤੀ ਚੋਂ ਗੈਸਾਂ ਨਿਕਲਦੀਆਂ ਨੇ, ਇਸ ਕਰਕੇ ਭੁਚਾਲ ਆਉਂਦਾ ਹੈ। ਇਹ 3 ਦ੍ਰਿਸ਼ਟੀਕੋਣ ਨੇ ਇੱਕ ਗੱਲ ਨੂੰ ਸਮਝਣ ਵਾਸਤੇ। ਤਾਂ ਚੌਥਾ ਸਵਾਲ ਖੁਦਾ ਪੁੱਛੇਗਾ ਕਿ ਜਿਹੜਾ ਮੈਂ ਤੈਨੂੰ ਗਿਆਨ ਦਿੱਤਾ ਸੀ, ਬਾਣੀ ਤੇ ਯਕੀਨ ਰੱਖਿਆ ਕਿ ਨਹੀਂ ਰੱਖਿਆ। ਇਹ 4 ਚੀਜ਼ਾਂ ਪੁੱਛੀਆਂ ਜਾਣਗੀਆਂ ਜੀ ਬੰਦੇ ਪਾਸੋਂ। ਤਾਂ ਮਹਾਰਾਜ ਕੀ ਕਹਿੰਦੇ ਨੇ ਵੀ ਮਾਇਆ 'ਚ ਹੀ ਲੋਕ ਸੜੇ ਪਏ ਨੇ, ਤ੍ਰਿਸ਼ਨਾ ਲੋਭ 'ਚ ਹੀ ਸੜੇ ਪਏ ਨੇ। ਇੰਨੀ ਸੂਮਤਾਈ ਵੀ ਗੁਰਦੁਆਰੇ ਵੀ ਨਹੀਂ ਮੱਥਾ ਟੇਕਣਾ, ਦਾਨ ਪੁੰਨ ਵੀ ਨਹੀਂ ਕਰਨਾ। ਕੋਈ ਪਰਿਵਾਰ ਸੀ, ਉਹਨਾਂ ਦੀ ਮਾਈ ਚੜ੍ਹਾਈ ਕਰ ਗਈ, ਸਮਾਂ ਸੀਮਤ ਰਹਿ ਗਿਆ ਹੈ, ਤੇ ਉਹ ਬਜ਼ੁਰਗ ਬੜਾ ਸੂਮ ਸੀ। ਉਹਨੇ ਨਾ ਘਿਓ ਪਾ ਕੇ ਕੌਲੀ 'ਚ ਤੇ ਤੀਲਾ ਲੈ ਲੈਣਾ ਬੌਕਰ 'ਚੋਂ ਕੱਢ ਕੇ, ਤੇ ਥੋੜਾ ਜਿਹਾ ਘਿਓ ਲਾ ਕੇ ਤੇ ਰੋਟੀ ਦੇ ਵਿਚਕਾਰ ਜੇ ਲਾ ਦੇਣਾ। ਮੁੰਡੇ ਬੜੇ ਦੁਖੀ ਵੀ ਬੁੱਢਾ ਨਾ ਆਪ ਸਵਾਦ ਨਾ ਖਾਂਦਾ, ਨਾ ਸਾਨੂੰ ਖਾਣ ਦਿੰਦਾ। ਉਹ ਬਜ਼ੁਰਗ ਚੜ੍ਹਾਈ ਕਰ ਗਿਆ, ਵਾਗਡੋਰ ਆ ਗਈ ਵੱਡੇ ਮੁੰਡੇ ਦੇ ਹੱਥ। ਉਹ ਕਹਿੰਦਾ ਨਿੱਕੇ ਭਰਾਵਾਂ ਨੂੰ, ਜਾਓ ਬੋਤਲ ਲੈ ਕੇ ਆਓ। ਉਹ ਸੋਚਦੇ ਵੀ ਬੋਤਲ 'ਚ ਘਿਓ ਪਾਊਗਾ, ਢੱਕਣ 'ਚ ਛੇਕ ਕਰੂਗਾ,
ਖਾਇਆ ਪੀਆ ਕਰਾਂਗੇ, ਸੁੱਖ ਦੀ ਨੀਂਦ ਸੌਵਾਂਗੇ। ਉਹ ਐਡਾ ਸੂਮ ਨਿਕਲਿਆ ਵੀ ਉਹਨੇ ਢੱਕਣ ਹੀ ਬੰਦ ਕਰਤਾ। ਛੇਕ ਹੀ ਕਰਨਾ ਸੀ ਤੇ ਰੋਟੀ ਦੇ ਉੱਤੇ ਢੱਕਣ ਘਸਾ ਦਿਆ ਕਰੇ ਬੋਤਲ, ਐਦਾਂ ਹੀ ਉਹ ਹਾਲ ਹੈ। ਕਹਿੰਦੇ ਆਪ ਤੇ ਸੜੇ ਹੀ ਸੜੇ ਨੇ, ਨਾਲ ਆਪਦੇ ਪਰਿਵਾਰ ਨੂੰ ਵੀ ਸਾੜਦੇ ਨੇ, ਦੁਖੀ ਕਰਦੇ ਹਨ। ਇਹ ਹਾਲ ਹੈ ਲੋਭੀਆਂ ਦਾ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਗਿਆਨ ਅੰਧੇਰ ਮਹਾਪੰਥ ਵਿਖੜਾ, ਅਹੰਕਾਰ ਭਾਰ ਲੱਦ ਲੀਜੈ। ਇੱਕ ਅਗਿਆਨਤਾ ਮਨਮੁਖਪੁਣਾ ਬੇਸਮਝ ਦਾ ਹਨੇਰਾ, ਦੂਜਾ ਜਮਾਂ ਦਾ ਰਾਹ ਬੜਾ ਵਿਖੜਾ ਹੈ, ਤੀਸਰਾ ਹੰਕਾਰ ਦਾ ਭਾਰ ਲੱਦੀ ਫਿਰਦਾ, ਹੰਕਾਰ ਕਰਕੇ ਪਾਪਾਂ ਦੇ ਕਿ ਮੇਰੇ ਤੋਂ ਕਿਹਨੇ ਹਿਸਾਬ ਪੁੱਛਣਾ ਹੈ। ਨਾਨਕ ਰਾਮ 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 ਰਾਮੈ ਤੇ ਗਤ ਕੀਜੈ। ਨਾਨਕ ਰਾਮ 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 ਰਾਮੇ ਤੇ ਗਤ ਕੀਜੈ। ਪਰ ਜਿਹੜੇ ਨਾਮ ਜਪਦੇ ਹਨ ਤਾਂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਕੇ ਪਿਆਰਿਓ, ਵਾਹਿਗੁਰੂ ਦਾ ਨਾਮ ਜਿਹੜਾ ਰਾਮ ਰਮਿਆ ਹੈ, ਜਿਹੜਾ ਰਾਮ ਸੁੰਦਰ ਹੈ, ਉਹਦਾ ਰਾਮ ਰਾਮ ਨਾਮ ਜਪਿਆ ਕਰ। ਇਹ ਰਾਮ ਤੇਰੀ ਗਤ ਕਰ ਦਵੇਗਾ, ਤੈਨੂੰ ਜੰਮਣ ਮਰਨ ਤੋਂ ਰਹਿਤ ਕਰੇਗਾ ਜੇ ਨਾਮ ਜਪਦਾ ਰਹੇਗਾ। ਸਤਿਗੁਰ ਮਿਲੈ ਤਾਂ ਨਾਮ ਦਿਰੜਾਏ, ਰਾਮ ਨਾਮੈ ਰਲੈ ਮਲੀਜੈ। ਜੇ ਕਿਤੇ ਚੰਗੇ ਭਾਗਾਂ ਕਰਕੇ ਪੂਰੇ ਸਤਿਗੁਰੂ ਮਿਲ ਜਾਣ ਤਾਂ ਉਹ ਸਿਰਫ ਤੇ ਸਿਰਫ ਇੱਕ ਗੱਲ ਹੀ ਪੱਕੀ ਕਰਾਉਂਦੇ ਨੇ, ਨਾਨਕ ਕੇ ਘਰ ਕੇਵਲ ਨਾਮ। ਆਪਾਂ ਪੜ੍ਹਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ। ਅੱਗੇ ਕੀ ਕਹਿੰਦੇ ਪੰਜਵੇਂ ਪਾਤਸ਼ਾਹ, ਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਨਕ ਕੇ ਘਰ ਕੇਵਲ ਨਾਮ। ਤਾਂ ਜੇ ਸਤਿਗੁਰੂ ਪੂਰੇ ਮਿਲ ਪੈਣ ਤਾਂ ਉਹ ਨਾਮ ਹੀ ਦ੍ਰਿੜ ਕਰਾਉਂਦੇ ਹਨ। ਤੇ ਜਿਹੜੇ ਰਾਮ ਨਾਮ ਦੇ ਵਿੱਚ ਮਿਲ ਜਾਂਦੇ ਨੇ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਫਿਰ ਆਪਣੇ ਨਾਲ ਮੇਲ ਲੈਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੀ ਕਿਰਪਾ ਨਾਮ ਜਪਣ ਵਾਲਿਆਂ ਤੇ ਹੁੰਦੀ ਹੈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਸੋ ਸਾਧ ਸੰਗਤ ਜੀ, ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਬਖਸ਼ਿਸ਼ ਕਰਨੀ, ਸਮਤ ਬਖਸ਼ਣੀ। ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਉੱਥੇ ਅਤੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਿਰਸਾ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਔਰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ, ਇਸੇ ਤਰ੍ਹਾਂ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ ਦਾ ਜਿੱਥੇ ਧੰਨਵਾਦ, ਉੱਥੇ ਨਾਲ ਹੀ ਬੇਨਤੀ ਹੈ ਕਿ ਮਹਾਂਪੁਰਸ਼ਾਂ ਵੱਲੋਂ ਕਾਰ ਸੇਵਾ ਚੱਲ ਰਹੀ ਹੈ। ਕਾਰ ਸੇਵਾ ਵਾਲੇ ਮਹਾਤਮਾ ਸ਼੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ, ਤਿਨਾਂ ਤੋਂ ਵਰਸ ਹੋਏ ਸ਼੍ਰੀਮਾਨ ਸੰਤ ਬਾਬਾ ਬਚਨ ਸਿੰਘ ਜੀ, ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤਰਸ ਕਰਕੇ ਦਇਆ ਕਰਕੇ ਗਰੀਬ ਨਵਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਮਦਮੀ ਟਕਸਾਲ ਨੂੰ ਵੀ ਸੇਵਾ ਦਿੱਤੀ ਹੈ। ਸੋ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਵੀ ਸੇਵਾ ਨਿਭਾ ਰਹੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਇੱਥੇ ਛੱਕਾ ਇੱਕ 6 ਅਸ਼ਟਪਦੀਆਂ ਇੱਕ ਤਰ੍ਹਾਂ ਦੀਆਂ 8-8 ਬੰਦਾਂ ਦੀਆਂ ਇੱਥੇ ਪੂਰੀਆਂ ਹੋਈਆਂ ਨੇ। ਆਓ ਕਥਾ ਵਿਚਾਰ ਦੀ ਸਮਾਪਤੀ ਕਰੀਏ ਜੀ। ਨਾਨਕ ਰਾਮ 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 ਤੇ ਗਤ ਕੀਜੈ। ਸਤਿਗੁਰ ਮਿਲੈ ਤਾ ਨਾਮ ਦਿਰੜਾਏ, ਰਾਮ ਨਾਮੈ ਰਲੈ ਮਲੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ